ਸਤਿ ਸ੍ਰੀ ਸਟੂਡੈਂਟ ਅੱਜ ਆਪਾਂ ਅਗਲਾ ਟੌਪਿਕ ਚੈਪਟਰ ਕਰਨਾ ਹੈਗਾ ਰੇਸ਼ੋ ਐਨਾਲਾਈਸਿਸ। ਠੀਕ ਹੈ ਨਾ। ਇਹਦੇ ਵਿੱਚ ਬੇਟਾ ਛੋਟੇ ਕੁਐਸਚਨ ਕਈ ਆਉਂਦੇ ਹੁੰਦੇ ਆ। ਠੀਕ ਹੈ ਨਾ। ਜਿਹੜਾ ਸਾਡਾ ਆਪਣਾ ਚੈਪਟਰ ਆ ਕਿਹੜਾ ਜੀ, ਰੇਸ਼ੋ ਐਨਾਲਾਈਸਿਸ। ਠੀਕ ਹੈ ਜੀ। ਹੁਣ ਬੇਟਾ ਰੇਸ਼ੋ ਐਨਾਲਾਈਸਿਸ ਦੇ ਵਿੱਚ ਅਸੀਂ ਇਹਦੇ ਵਿੱਚ ਨਾ ਰੇਸ਼ੋ ਫਾਈਂਡ ਕਰਨੀ ਆ, ਮਤਲਬ ਅਲੱਗ-ਅਲੱਗ ਚੀਜ਼ਾਂ ਦੀ ਰੇਸ਼ੋ, ਦੋ ਚੀਜ਼ਾਂ ਦੇ ਵਿੱਚ ਉਹਨਾਂ ਵਿੱਚ ਰਿਲੇਸ਼ਨ ਫਾਈਂਡ ਕਰਨਾ। ਠੀਕ ਨਾ। ਜਿੱਦਾਂ ਇਹਦੇ ਵਿੱਚ ਬੇਟਾ ਸਾਡੇ ਸਿਲੇਬਸ ਦੇ ਵਿੱਚ ਹੁਣ ਸਿਰਫ 3 ਤਰ੍ਹਾਂ ਦੀਆਂ ਰੇਸ਼ੋ ਰਹਿ ਗਈਆਂ, ਬਾਕੀ ਰੇਸ਼ੋ ਨਹੀਂ ਤੁਸੀਂ ਕਰਨੀਆਂ। ਕਿਹੜੀ ਜੀ? ਇੱਕ ਰਹਿ ਗਈ ਆ ਲਿਕੁਇਡਿਟੀ ਰੇਸ਼ੋ, ਠੀਕ ਹੈ ਜੀ, ਤੇ ਇੱਕ ਰਹਿ ਗਈ ਆ ਸੋਲਵੈਂਸੀ ਰੇਸ਼ੋ, ਤੇ ਨਾਲੇ ਉਹਦੇ ਪ੍ਰੋਪਰੇਟਰੀ ਰੇਸ਼ੋ ਹੁੰਦੀ ਆ, ਤੇ ਇੱਕ ਐਕਟੀਵਿਟੀ ਰੇਸ਼ੋ। ਠੀਕ ਹੈ ਨਾ। ਅਸੀਂ ਇਹੀ ਬੇਟਾ ਰੇਸ਼ੋ ਕਰਨੀ, ਇਹਨਾਂ ਤੋਂ ਇਲਾਵਾ ਨਹੀਂ ਕੋਈ ਐਕਸਟਰਾ। ਠੀਕ ਹੈ ਨਾ। ਜਿਹਦੇ ਵਿੱਚ ਪਹਿਲੇ ਨੰਬਰ ਤੇ ਹੈਗੀ ਸਾਡੇ ਕੋਲ ਕਿਹਾ ਜੀ ਲਿਕੁਇਡਿਟੀ ਰੇਸ਼ੋ। ਕਿਹੜੀ ਆ ਜੀ? ਲਿਕੁਇਡਿਟੀ ਰੇਸ਼ੋ। ਇਹ ਰੇਸ਼ੋ ਬੇਟਾ ਕਿਸੇ ਵੀ ਬਿਜ਼ਨਸ ਦੀ ਹੈ ਨਾ ਸ਼ੋਰਟ ਪੀਰੀਅਡ ਦੀ, ਠੀਕ ਹੈ ਜੀ, ਸ਼ੋਰਟ ਪੀਰੀਅਡ ਦੀ ਫਾਈਨੈਂਸ਼ੀਅਲ ਪੋਜੀਸ਼ਨ ਦਰਸਾਉਂਦੀ ਆ। ਠੀਕ ਹੈ ਨਾ। ਜਾਣੀ ਕਿ ਸ਼ੋਰਟ ਪੀਰੀਅਡ ਦੇ ਵਿੱਚ, ਮਤਲਬ ਸ਼ੋਰਟ ਪੀਰੀਅਡ ਮਤਲਬ ਜੀ 1 ਸਾਲ ਦੇ ਵਿੱਚ ਉਹਦੀ ਫਾਈਨੈਂਸ਼ੀਅਲ ਪੋਜੀਸ਼ਨ, ਠੀਕ ਨਾ, ਉਹਦੀ ਕਿੱਦਾਂ ਦੀ ਮਤਲਬ ਹੈਗੀ ਆ। ਠੀਕ ਨਾ। ਇਹਦੇ ਵਿੱਚ ਬੇਟਾ ਆਪਾਂ 3 ਰੇਸ਼ੋ ਪਤਾ ਕਰਦੇ ਹੁੰਦੇ ਆ, 2 ਰੇਸ਼ੋ। ਇੱਕ ਹੁੰਦੀ ਹੈਗੀ ਸਾਡੇ ਕੋਲ ਕਰੰਟ ਰੇਸ਼ੋ। ਠੀਕ ਹੈ ਜੀ। ਕਰੰਟ ਰੇਸ਼ੋ ਦਾ ਬੇਟਾ ਤਾਂ ਫਾਰਮੂਲੇ ਤੁਸੀਂ ਇਹਨਾਂ ਵਿੱਚ ਕਰਨੇ। ਇਹਦੇ ਵਿੱਚ ਫਾਰਮੂਲਾ ਹੁੰਦਾ ਹੈਗਾ ਜੀ ਕਰੰਟ ਐਸਟਸ ਬਟਾ ਕਰੰਟ ਲਾਇਬਿਲਿਟੀਜ਼। ਕਰੰਟ ਐਸਟਸ ਉਹ ਹੁੰਦੇ ਬੇਟਾ ਜਿਨ੍ਹਾਂ ਨੂੰ ਆਪਾਂ 1 ਸਾਲ ਦੇ ਵਿੱਚ ਹੀ ਕੈਸ਼ ਵਿੱਚ ਕਨਵਰਟ ਕਰ ਲੈਂਦੇ ਆ। ਠੀਕ ਹੈ ਨਾ। ਕਰੰਟ ਲਾਇਬਿਲਿਟੀਆਂ ਉਹ ਜਿਹੜੀਆਂ 1 ਸਾਲ ਦੇ ਵਿੱਚ ਆਪਾਂ ਪੇਡ ਕਰਨੀਆਂ ਹੁੰਦੀਆਂ ਆ। ਔਰ ਇਸੇ ਤਰ੍ਹਾਂ ਦੂਜੇ ਨੰਬਰ ਤੇ ਹੈਗਾ ਸਾਡੇ ਕੋਲ, ਇਹਦੇ ਵਿੱਚ ਆਪਾਂ ਉਹਨੂੰ ਕੁਇਕ ਰੇਸ਼ੋ ਵੀ ਕਹਿ ਦਿੰਦੇ ਆ ਜੀ। ਠੀਕ ਨਾ। ਐਸਿਡ ਟੈਸਟ ਰੇਸ਼ੋ ਵੀ ਕਹਿ ਦਿੰਦੇ ਆ ਜੀ। ਤੇ ਉਸ ਤੋਂ ਬਾਅਦ ਜੀ ਉਹਨੂੰ ਆਪਾਂ ਲਿਕੁਇਡ ਰੇਸ਼ੋ ਵੀ ਕਹਿ ਦਿੰਦੇ ਆ। ਠੀਕ ਹੈ ਜੀ। ਇਹ ਬਰਾਬਰ ਹੁੰਦਾ ਹੈਗਾ ਆ ਕੁਇਕ ਐਸਿਡਸ ਬਟਾ ਕਰੰਟ ਲਾਇਬਿਲਿਟੀਜ਼। ਠੀਕ ਹੈ। ਕਿਹਦੇ ਬਰਾਬਰ ਹੁੰਦਾ ਜੀ? ਕਰੰਟ ਲਾਇਬਿਲਿਟੀਜ਼ ਦੇ ਬਰਾਬਰ ਹੁੰਦਾ ਹੈ। ਠੀਕ ਨਾ। ਹੁਣ ਬੇਟਾ ਪਹਿਲੇ ਨੰਬਰ ਤੇ ਕਰਨਾ ਹੈਗਾ ਆਪਾਂ ਕਿਹੜਾ ਜੀ? ਕਰੰਟ ਰੇਸ਼ੋ। ਠੀਕ ਹੈ। ਹੁਣ ਮੈਂ ਬੇਟਾ ਸ਼ਾਰਟਕਟ ਹੀ ਲਿਖਣਾ। ਕਰੰਟ ਰੇਸ਼ੋ ਦੇ ਵਿੱਚ ਕਰੰਟ ਐਸਿਡ ਵਟਾ ਕਰੰਟ ਲਾਇਬਿਲਿਟੀਜ਼। ਠੀਕ ਨਾ। ਕਰੰਟ ਐਸਿਡਸ ਬੇਟਾ ਉਹ ਐਸਿਡਸ ਹੁੰਦੇ ਆ ਜਿਹੜੇ ਕਿਹਾ ਜੀ 1 ਸਾਲ ਤੋਂ ਪਹਿਲਾਂ ਆਪਾਂ ਨੂੰ ਕੈਸ਼ ਵਿੱਚ ਕਨਵਰਟ ਕਰ ਲੈਂਦੇ। ਜਾਣੀ ਕਿ ਕਿਹਾ ਜੀ ਕੈਸ਼ ਵਿੱਚ ਕਨਵਰਟ, ਜਿੱਦਾਂ ਮਤਲਬ ਕਿ ਜਿਹਦੇ ਵਿੱਚ ਆਹ ਵਾਲੇ ਐਸਿਡ ਤੁਸੀਂ ਚੇਤੇ ਰੱਖ ਲੈਣੇ। ਕਿਹੜੇ ਜੀ? ਇੱਕ ਹੁੰਦਾ ਹੈਗਾ ਸਟੋਕ। ਠੀਕ ਆ। ਸਟੋਕ ਦੀ ਜਗ੍ਹਾ ਤੁਹਾਨੂੰ ਬੇਟਾ ਇਹਨੂੰ ਇਨਵੈਂਟਰੀ ਵੀ ਲਿਖਦੇ ਆਪਾਂ। ਕਿਆ ਕਹਿੰਦੇ ਆ ਜੀ? ਇਨਵੈਂਟਰੀ। ਸਟੋਕ ਨੂੰ ਕਹਿੰਦੇ ਆ ਇਨਵੈਂਟਰੀ। ਠੀਕ ਆ। ਸਟੋਕ, ਕੈਸ਼, ਬੈਂਕ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਕੋਈ ਵੀ ਪ੍ਰੀਪੇਡ ਜਾਂ ਐਡਵਾਂਸ ਐਕਸਪੈਂਸਿਸ ਆ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਡੈਪਟਰਸ। ਠੀਕ ਹੈ ਜੀ। ਜਾਂ ਫਿਰ ਕਿਆ ਜੀ ਬਿਲ ਰਿਸੀਵਲ ਆ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਸ਼ੋਰਟ ਟਰਮ ਇਨਵੈਸਟਮੈਂਟ ਆ। ਠੀਕ ਹੈ ਜੀ। ਜਿਹੜੀ ਹੈ ਸ਼ੋਰਟ ਟਰਮ ਇਨਵੈਸਟਮੈਂਟ, ਜਾਂ ਫਿਰ ਕਿਆ ਜੀ ਮਾਰਕੀਟੇਬਲ ਸਿਕਿਉਰਿਟੀਜ਼ ਆ। ਠੀਕ ਹੈ ਜੀ। ਇਨਵੈਂਟਰੀ ਬੇਟਾ ਕੋਈ ਵੀ ਹੋਵੇ, ਫਿਨਿਸ਼ ਸਟਾਕ ਹੋਵੇ, ਰॉ ਮਟੀਰੀਅਲ ਦਾ ਸਟਾਕ ਹੋਵੇ, ਜਾਂ ਹੋਰ ਕੋਈ ਵੀ ਸਟਾਕ ਹੋਵੇ, ਜਾਂ ਵਰਕ ਇਨ ਪ੍ਰੋਗਰੈਸ ਦਾ। ਠੀਕ ਨਾ। ਜਿਹੜਾ ਵੀ ਸਟਾਕ ਹੋਣਾ ਸਾਡਾ ਕਿਆ ਹੋਣਾ ਜੀ? ਕਰੰਟ ਐਸਟਸ ਹੋਣਾ। ਹੁਣ ਬੇਟਾ ਕਰੰਟ ਲਾਇਬਿਲਿਟੀਆਂ ਦੇਖ ਲਓ ਕਿਹੜੀਆਂ ਹੁੰਦੀਆਂ। ਕਰੰਟ ਲਾਇਬਿਲਿਟੀਜ਼ ਹੁੰਦੀਆਂ ਹੈਗੀਆਂ ਆ ਸਾਡੇ ਕੋਲ ਕ੍ਰੈਡੀਟਰਸ। ਠੀਕ ਹੈ ਨਾ। ਕ੍ਰੈਡੀਟਰਸ ਨੂੰ ਆਪਾਂ ਅਕਾਊਂਟ ਪੇਬਲ ਵੀ ਕਹਿ ਦਿੰਦੇ ਆ। ਠੀਕ ਨਾ। ਜਿੱਦਾਂ ਹੁਣ ਨਵੀਆਂ ਬੁੱਕਾਂ ਦੇ ਵਿੱਚ, ਜੇ ਬੈਲੈਂਸ ਸ਼ੀਟ ਦੇ ਵਿੱਚ ਅਕਾਊਂਟ ਪੇਬਲ ਉਹਨੇ ਦਿੱਤਾ ਹੋਣਾ ਤੁਹਾਨੂੰ। ਠੀਕ ਹੈ ਨਾ। ਕ੍ਰੈਡੀਟਰਸ, ਬੈਂਕ ਓਵਰਡਰਾਫਟ। ਠੀਕ ਹੈ ਜੀ। ਤੇ ਪਲੱਸ ਜਿਹਦੇ ਨਾਲ ਬੇਟਾ ਕੁਝ ਵੀ ਏਦਾਂ ਲਿਖਿਆ ਹੋਵੇ, ਪੇਬਲ, ਬਿੱਲ ਪੇਬਲ, ਅਕਾਊਂਟ ਪੇਬਲ, ਕੁਝ ਵੀ ਹੋਵੇ, ਪ੍ਰੋਵੀਜ਼ਨ ਹੋਵੇ, ਪ੍ਰੋਵੀਜ਼ਨ ਫॉर ਟੈਕਸੇਸ਼ਨ, ਪ੍ਰੋਵੀਜ਼ਨ ਫॉर ਡਿਵੀਡੈਂਡ, ਇਦਾਂ ਮਤਲਬ ਕੁਝ ਵੀ ਹੋਵੇ। ਠੀਕ ਨਾ। ਜਾਂ ਫਿਰ ਆਊਟਸਟੈਂਡਿੰਗ ਹੋਵੇ, ਮਤਲਬ ਕਿ ਜੀ ਆਊਟਸਟੈਂਡਿੰਗ ਸੈਲਰੀ, ਆਊਟਸਟੈਂਡਿੰਗ ਕਮਿਸ਼ਨ, ਆਊਟਸਟੈਂਡਿੰਗ ਐਕਸਪੈਂਸਿਸ, ਕੁਝ ਵੀ ਹੋਵੇ, ਸਾਡੀਆਂ ਕਰੰਟ ਲਾਇਬਿਲਿਟੀ ਵਿੱਚ ਆ ਜਾਂਦੀ। ਠੀਕ ਹੈ ਨਾ। ਔਰ ਇਸੇ ਤਰ੍ਹਾਂ ਕੁਇਕ ਰੇਸ਼ੋ ਦੇ ਲਈ ਕਰੰਟ ਲਾਇਬਿਲਿਟੀ ਤਾਂ ਉਹੀ ਰਹਿਣੀਆਂ ਆ। ਠੀਕ ਨਾ। ਔਰ ਕੁਇਕ ਐਸਿਡ ਬਰਾਬਰ ਕਿਹਦੇ ਹੁੰਦਾ ਬੇਟਾ? ਇਹਦੇ ਵਿੱਚ ਕੁਇਕ ਐਸਿਡ ਬਰਾਬਰ ਹੁੰਦਾ ਹੈਗਾ ਸਾਡੇ ਕੋਲ ਕਰੰਟ ਐਸਿਡ ਦੇ ਵਿੱਚੋਂ ਅਸੀਂ ਕੀ ਲੈਸ ਕਰ ਦੇਣਾ ਜੀ? ਸਟੋਕ
ਤੇ ਪ੍ਰੀਪੇਡ ਐਕਸਪੈਂਸਿਸ ਜਾਂ ਐਡਵਾਂਸ ਐਕਸਪੈਂਸਿਸ। ਪ੍ਰੀਪੇਡ ਐਕਸਪੈਂਸਿਸ ਤੇ ਐਡਵਾਂਸ ਐਕਸਪੈਂਸਿਸ ਅਸੀਂ ਕੀ ਕਰ ਦੇਣਾ ਜੀ, ਲੈਸ ਕਰ ਦੇਣਾ। ਸਾਡੇ ਕੋਲ ਕੀ ਆ ਜਾਣਾ ਹੈਗਾ ਜੀ, ਕੋਈ ਐਸਿਡ ਆ ਜਾਣਾ, ਉਹਦਾ ਅੱਗੇ ਫਾਰਮੂਲਾ ਪੁੱਟ ਕਰ ਦੇਣਾ। ਠੀਕ ਹੈ ਨਾ। ਹੁਣ ਬੇਟਾ ਇੱਕ ਤਾਂ ਮੈਂ ਤੁਹਾਨੂੰ ਉਹ ਸਵਾਲ ਕਰਾ ਦੇਣਾ ਜਿਹਦੇ ਵਿੱਚ ਆਪਾਂ ਦੋਨੇ ਰੇਸ਼ੋ ਕੱਢਣੇ ਆ। ਠੀਕ ਹੈ ਨਾ। ਤੇ ਬਾਕੀ ਹੋਰ ਜਿਹੜੇ ਨਾਲ ਟਿਪੀਕਲ ਅਲੱਗ ਤਰ੍ਹਾਂ ਦੇ ਕੁਐਸਚਨ ਮੈਂ ਤੁਹਾਨੂੰ ਉਹ ਦੱਸ ਦਿੰਦਾ। ਠੀਕ ਹੈ ਨਾ। ਜਿੱਦਾਂ ਬੇਟਾ ਸਾਡੇ ਕੋਲ ਆ ਦੇਖੋ ਜੀ, ਇੱਕ ਤਾਂ ਕੁਐਸਚਨ ਹੈਗਾ ਸਾਡੇ ਕੋਲ ਆਹ ਵਾਲਾ, ਪਹਿਲਾਂ ਹੀ ਕਰਦਾ ਜੀ। ਇਹਦੇ ਵਿੱਚ ਸਾਨੂੰ ਫਾਈਂਡ ਆਊਟ ਕਰਨੇ ਨੂੰ ਕਿਹਾ ਨਹੀਂ ਕਰੰਟ ਰੇਸ਼ੋ। ਕੀ ਫਾਈਂਡ ਕਰਨੇ ਨੂੰ ਕਿਹਾ ਆ, ਕਰੰਟ ਰੇਸ਼ੋ। ਮੈਂ ਇਹਦੇ ਵਿੱਚ ਸਾਡੀ ਕਰੰਟ ਰੇਸ਼ੋ ਵੀ ਕੱਢ ਦੇਣੀ ਤੇ ਕੁਇਕ ਰੇਸ਼ੋ ਵੀ ਕੱਢ ਦੇਣੀ। ਬਾਕੀ ਤੁਸੀਂ ਆਵਲੇ ਆਫ ਕਰਨੇ ਆ ਕੁਐਸਚਨ ਜਿਹੜੇ ਇਹਦੇ ਹੈਗੇ ਆ। ਠੀਕ ਹੈ ਨਾ। ਬਾਕੀ ਅੱਗੇ ਜਿਹੜੇ ਅਲੱਗ ਟੋਪਿਕ ਆ ਉਹ ਤੁਹਾਨੂੰ ਮੈਂ ਅੱਗੇ ਕਰਵਾ ਦਿੰਦਾ। ਠੀਕ ਆ। ਹੁਣ ਦੇਖੋ ਬੇਟਾ ਤੁਹਾਡਾ ਜਿਹੜਾ ਪਹਿਲਾ ਕੁਐਸਚਨ ਆ, ਮੇਰੀ ਬੁੱਕ ਦੇ ਵਿੱਚ ਇਹ ਪਹਿਲਾ ਕੁਐਸਚਨ ਆ, ਤੁਹਾਡੀ ਬੁੱਕ ਦੇ ਵਿੱਚ ਸ਼ਾਇਦ ਅਲੱਗ ਹੋਵੇ ਕੁਛ। ਠੀਕ ਹੈ ਨਾ। ਹਾਂਜੀ ਬੇਟਾ, ਜਿੱਦਾਂ ਕੀ ਕਹਿੰਦਾ ਜੀ, ਕਹਿੰਦਾ ਕੈਲਕੂਲੇਟ ਕਰੰਟ ਰੇਸ਼ੋ ਫਾਈਂਡ ਕਰੋ। ਕਿਆ ਜੀ, ਕਰੰਟ ਰੇਸ਼ੋ। ਠੀਕ ਹੈ ਨਾ। ਉਹੀ ਬੇਟਾ ਸਭ ਤੋਂ ਪਹਿਲਾਂ ਅਸੀਂ ਕਰੰਟ ਰੇਸ਼ੋ ਦਾ ਫਾਰਮੂਲਾ ਲਿਖਣਾ, ਕਰੰਟ ਐਸਿਡ ਵਟਾ ਕਰੰਟ ਲਿਵੈਲਿਟੀ। ਠੀਕ ਹੈ ਨਾ। ਹੁਣ ਅਸੀਂ ਕੀ ਕਰਾਂਗੇ ਜੀ, ਹੁਣ ਅਸੀਂ ਇਹਦੇ ਵਿੱਚ ਪਹਿਲਾਂ ਲਿਖਾਂਗੇ ਕਰੰਟ ਐਸਿਡਸ ਕਿਹੜੇ ਕਿਹੜੇ ਆ। ਦੇਖੋ ਜੀ, ਕੈਸ਼ ਇਨ ਹੈਂਡ ਪਲੱਸ ਸਟੋਕ ਇਨ ਟ੍ਰੇਡ ਪਲੱਸ ਸੰਡਰੀ ਡੈਪਟਰਸ ਟੂਲਸ ਫਿਕਸ ਐਸਿਡ ਹੁੰਦੇ ਬੇਟਾ। ਠੀਕ ਹੈ ਨਾ। ਇਹ ਕਰੰਟ ਨੇ। ਕੰਪਿਊਟਰ ਵੀ ਫਿਕਸ ਐਸਿਡ ਹੁੰਦੇ ਆ। ਤੇ ਅੱਗੇ ਕਿਹੜਾ ਜੀ, ਬਿੱਲ ਰਿਸੀਵਲ। ਕਿਹੜਾ ਜੀ, ਬਿੱਲ ਰਿਸੀਵਲ। ਠੀਕ ਹੈ ਨਾ ਜੀ। ਅੱਗੇ ਸੰਡਰੀ ਪੇਮੈਂਟ ਟੂ ਵਰਕਰਸ, ਇਹ ਕੁਛ ਨਹੀਂ ਹੈਗਾ ਸਾਡੇ ਕੋਲ। ਠੀਕ ਹੈ ਨਾ। ਸਾਡੇ ਕੋਲ ਕਿੰਨੇ ਆ ਗਏ ਜੀ, ਆ ਦੇਖ ਲਓ ਹੁਣ ਕਿਹੜਾ ਕਿਹੜਾ ਜੀ। ਕੈਸ਼ ਇਨ ਹੈਂਡ ਹੈਗਾ ਸਾਡੇ ਕੋਲ 8000, ਸੰਡਰੀ ਟ੍ਰੇਡ ਸਟੋਕ ਇਨ ਟ੍ਰੇਡ ਹੈਗਾ ਸਾਡੇ ਕੋਲ 9000। ਠੀਕ ਹੈ ਜੀ। ਔਰ ਪਲੱਸ ਸੰਡਰੀ ਡੈਪਟਰਸ ਹੈਗੇ ਸਾਡੇ ਕੋਲ ਕਿੰਨੇ ਜੀ, 11000। ਠੀਕ ਆ। ਔਰ ਬਿੱਲ ਰਿਸੀਵਲ ਬੇਟਾ ਹੈਗਾ ਸਾਡੇ ਕੋਲ 6000 ਹੈ ਜੀ। ਕਿਆ ਜੀ, ਕਿੰਨਾ ਹੈ ਜੀ, 6000। ਹੁਣ ਬੇਟਾ ਟੋਟਲ ਕਰ ਦਿਓ ਇਹਦਾ ਕਿੰਨਾ ਜੀ, 17 17 ਤੇ 11 28 28 ਤੇ 6 ਕਿੰਨਾ ਜੀ, 34। ਠੀਕ ਆ। ਅੱਗੇ ਕੱਢਣੇ ਹੈਗੇ ਆਪਾਂ ਕਰੰਟ ਲਿਵੈਲਿਟੀਜ਼। ਠੀਕ ਨਾ। ਕਰੰਟ ਲਿਵੈਲਿਟੀ ਵਿੱਚ ਦੇਖੋ ਬੇਟਾ ਸਾਡੇ ਕੋਲ ਆਹ ਵਾਲਾ ਤਾਂ ਕਰੰਟ ਐਸਿਡ ਸੀਗੇ, ਫਿਕਸ ਐਸਿਡ ਸੀਗੇ। ਇਹ ਹੈਗਾ ਸੰਡਰੀ ਪੇਮੈਂਟ ਟੂ ਵਰਕਰਸ। ਠੀਕ ਨਾ। ਪਹਿਲੇ ਬੇਟਾ ਥੋੜਾ ਗਲਤੀ ਨਾਲ ਲਿਖਿਆ ਸੰਡਰੀ ਕ੍ਰੈਡੀਟਰਸ ਹੋਣਾ। ਠੀਕ ਨਾ। ਜਾਂ ਸੰਡਰੀ ਪੇਮੈਬਲ ਟੂ ਵਰਕਰਸ ਆ। ਠੀਕ ਨਾ। ਇਹ ਸਾਡਾ ਕਰੰਟ ਲਿਵੈਲਿਟੀ ਜਾਣਾ। ਇਹਨੂੰ ਕੀ ਲਿਖ ਦਿੰਦੇ ਆਪਾਂ ਜੀ, ਸੰਡਰੀ ਕ੍ਰੈਡੀਟਰਸ ਆ ਸਾਡੇ। ਠੀਕ ਨਾ। ਉਸ ਤੋਂ ਬਾਅਦ ਜੀ ਓਵਰਡਰਾਫਟ। ਕਿਆ ਹੈ ਜੀ, ਓਵਰਡਰਾਫਟ। ਬੈਂਕ ਓਵਰਡਰਾਫਟ ਕੱਲਾ ਨਹੀਂ, ਓਵਰਡਰਾਫਟ ਲਿਖਿਆ ਆ 7000 ਪਲੱਸ 10000, ਇਹ ਆ ਗਿਆ ਹੈਗਾ ਸਾਡੇ ਕੋਲ 17000। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅਸੀਂ ਕੀ ਕਰ ਦੇਣਾ ਜੀ, ਕਰੰਟ ਰੇਸ਼ੋ ਕੱਢ ਦੇਣਾ। ਇਹ ਕਿੰਨਾ ਹੈ ਜੀ, 34000 ਬਟਾ ਕਿੰਨਾ ਹੈ ਜੀ, 17000। ਠੀਕ ਹੈ ਜੀ। ਬਟਾ ਕਿੰਨਾ ਹੈ ਜੀ, 17000। ਠੀਕ ਨਾ। ਅਸੀਂ ਕੀ ਕਰਨਾ ਜੀ, ਹੁਣ ਇਹਨੂੰ 34 ਨੂੰ 17 ਨਾਲ ਡਿਵਾਈਡ ਕਰਕੇ ਲਿਖ ਦਿਓ। ਜਿੱਦਾਂ 2 ਆ ਗਿਆ ਤੁਸੀਂ 2:1 ਲਿਖ ਦੇਣਾ, 2:1। ਠੀਕ ਹੈ ਜੀ। ਇਸੇ ਤਰ੍ਹਾਂ ਜੇ ਹੁਣ ਅਸੀਂ ਇਹਦਾ ਹੀ ਕੁਇਕ ਰੇਸ਼ੋ ਕੱਢਣਾ ਹੋਵੇ, ਉਹ ਕਿਸ ਤਰ੍ਹਾਂ ਨਾ ਜੀ, ਕੁਇਕ ਐਸਿਡ ਵਟਾ ਕਰੰਟ ਲਿਵੈਲਿਟੀਜ਼। ਔਰ ਤੁਹਾਨੂੰ ਮੈਂ ਦੱਸਿਆ ਆ ਕੁਇਕ ਐਸਿਡਸ ਕਿੱਦਾਂ ਆਣੇ ਆ, ਜਿਹੜਾ ਕਰੰਟ ਐਸਿਡ ਹੋਣਾ ਆ ਉਹਦੇ ਵਿੱਚ ਲੈਸ ਕੀ ਕਰ ਦੇਣਾ ਜੀ ਆਪਾਂ, ਸਟੋਕ ਤੇ ਲੈਸ ਜੀ ਪ੍ਰੀਪੇਡ ਐਕਸਪੈਂਸਿਸ। ਹੁਣ ਕਰੰਟ ਸਾਡੇ ਕੋਲ ਆ ਕਿੰਨੇ ਹੈਗੇ ਆ ਜੀ, ਇਹ ਹੈਗਾ ਸਾਡੇ ਕੋਲ 34000। ਠੀਕ ਹੈ ਜੀ। ਇਹਦੇ ਵਿੱਚ ਲੈਸ ਕੀ ਕਰ ਦੇਣਾ ਜੀ ਆਪਾਂ, ਲੈਸ ਕਰ ਦੇਣਾ ਹੈਗਾ ਬੇਟਾ ਸਟੋਕ ਇਨ ਟ੍ਰੇਡ। ਕੱਲਾ ਸਟੋਕ ਆ, ਪ੍ਰੀਪੇਡ ਐਕਸਪੈਂਸਿਸ ਤਾਂ ਹੈ ਨਹੀਂ ਹੈਗੇ, ਤਾਂ ਕੱਲਾ ਅਸੀਂ ਇਹੀ ਲੈਸ ਕਰਨਾ। ਕਿੰਨਾ ਹੈ ਜੀ, 9000। ਠੀਕ ਹੈ ਨਾ। ਫਿਰ ਕਿੰਨਾ ਆ ਜਾਣਾ ਬੇਟਾ ਸਾਡੇ ਕੋਲ, ਇਹ ਆ ਗਿਆ ਜੀ ਸਾਡੇ ਕੋਲ 25000। ਬਾਕੀ ਕੁਇਕ ਰੇਸ਼ੋ ਕੱਢ ਦੋ, ਕਿੰਨਾ ਹੈ ਜੀ, 25000 ਬਟਾ 17 ਜੀ। ਠੀਕ ਨਾ। ਤੁਸੀਂ ਸਿੱਧਾ ਕੈਲਕੂਲੇਟਰ ਤੇ ਨਾ ਡਿਵਾਈਡ ਕਰਕੇ ਲਿਖ ਦੇਣਾ। ਜਿੱਦਾਂ ਕਿਹਾ ਜੀ 17 ਏਕਮ 17। ਠੀਕ ਆ। ਪੁਆਇੰਟ ਆ ਗਿਆ ਤੇ ਕਿੰਨੇ ਆ ਗਏ ਜੀ, 8 0। ਫਿਰ ਕਿੰਨਾ ਆਣਾ ਜੀ, 17 5 ਤਾਂ 85 ਹੋ ਜਾਣੇ। ਮਤਲਬ ਕਿੰਨੇ ਤੇ 4 ਜਾਣੇ, ਜਾਣੀ ਕਿ 1.4 ਬਟਾ 1 ਆ ਜਾਣਾ। ਉਹੀ ਜੀ 1.4 ਅਨੁਪਾਤ 1 ਲਿਖ ਦੇਣਾ। ਠੀਕ ਨਾ। ਬਸ ਬੇਟਾ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਤੁਹਾਡਾ। ਜਿੱਦਾਂ ਅਗਲਾ ਹੈ ਸਾਡੇ ਕੋਲ, ਆਹ ਦੇਖ ਲਓ ਜੀ। ਇਹਦੇ ਵਿੱਚ ਕਿਹਾ ਜੀ ਬੈਂਕ ਬੈਲੈਂਸ ਨੇ, ਕਰੰਟ ਅਕਾਊਂਟ ਆ
ਪ੍ਰੀਪੇਡ ਐਕਸਪੈਂਸਿਸ ਆ, ਸਟਾਕ ਆਫ ਰਾਅ ਮਟੀਰੀਅਲ ਆ, ਡੈਪਟਰਸ ਵਾ, ਇਹ ਸਾਡੇ ਕੀ ਹੋ ਜਾਣੇ ਜੀ ਕਰੰਟ ਐਸਟ। ਥੱਲੇ ਵਾਲੀਆਂ ਦੋਨੇ ਕੀ ਹੋਣੀਆਂ ਜੀ ਕਰੰਟ ਐਸਟ, ਕਰੰਟ ਲਾਇਬਿਲਟੀਜ਼, ਇਹਦਾ ਕਰੰਟ ਰੇਸ਼ੋ ਕੱਢ ਦੇਣਾ। ਇੱਦਾਂ ਅਗਲੇ ਵਿੱਚ ਆ ਕਰੰਟ ਲਾਇਬਿਲਟੀ ਸਾਡੇ ਕੋਲ ਆਹੀ ਆ, ਟ੍ਰੇਡ ਕ੍ਰੈਡਿਟਰ ਆ, ਤੇ ਕਰੰਟ ਐਸਟ ਕਿਹੜੇ ਆ ਸਟਾਕ, ਡੈਪਟਰ ਤੇ ਕੈਸ਼। ਠੀਕ ਨਾ, ਇਹਨਾਂ ਦਾ ਕਰੰਟ ਰੇਸ਼ੋ ਤੁਸੀਂ ਕੱਢ ਦੇਣਾ। ਇੱਦਾਂ ਬੇਟਾ ਸਾਡੇ ਕੋਲ ਇੱਧਰਲੇ ਪਾਸੇ ਆ ਅੱਗੇ ਜਿਹੜਾ ਕੁਐਸਚਨ ਆ ਇਹਦੇ ਵਿੱਚ ਦੇਖ ਲਓ ਸਾਡੇ ਕੋਲ ਕੀ ਕੀ ਆ ਜੀ। ਜਿਹੜਾ ਹੁਣ ਸਾਡੇ ਕੋਲ ਹੈਗਾ ਆ ਪਹਿਲਾਂ ਤਾਂ ਕਰੰਟ ਲਾਇਬਿਲਟੀਆਂ ਦੇਖ ਲਓ, ਆ ਦੇਖ ਲਓ ਟ੍ਰੇਡ ਕ੍ਰੈਡਿਟਰ, ਬਿੱਲ ਪੇਬਲ, ਦੇਖੋ ਪੇਬਲ ਲਿਖਿਆ ਹੈ ਨਾ, ਇਹਦਾ ਮਤਲਬ ਕਿਆ ਹੈ ਜੀ ਇਹ ਕਰੰਟ ਲਾਇਬਿਲਟੀ ਆ। ਬੈਂਕ ਓਵਰਡਰਾਫਟ, ਆਊਟਸਟੈਂਡਿੰਗ ਐਕਸਪੈਂਸਿਸ, ਇਨਕਮ ਟੈਕਸ ਪੇਬਲ ਆ, ਇਹ ਵੀ ਕਰੰਟ ਲਾਇਬਿਲਟੀ ਆ। ਪ੍ਰਪੋਜ਼ ਡਿਵੀਡੈਂਡ, ਇਹ ਵੀ ਕਿਆ ਜੀ ਕਰੰਟ ਲਾਇਬਿਲਟੀ ਆ। ਠੀਕ ਨਾ, ਕਰਕੇ ਆਪਾਂ 1 ਸਾਲ ਦੇ ਵਿੱਚ ਪੇਡ ਕਰਨੇ ਹੁੰਦੇ ਆ। ਇੱਧਰਲੇ ਪਾਸੇ ਹੋ ਜੀ ਸਾਡੇ ਹੁਣ ਆ ਗਏ ਜੀ ਮਤਲਬ ਜਿਹੜੇ ਸਾਡੇ ਕੋਲ ਕਰੰਟ ਐਸਟ ਕਿਹੜੇ ਆ, ਆਹ ਵਾਲੇ ਸਾਰੇ ਜੀ, ਕੈਸ਼, ਇਨਵੈਸਟਮੈਂਟ, ਅੱਗੇ ਗਿਲਟ ਐਜਰ ਮਤਲਬ ਕਿ ਜੀ ਸ਼ੋਰਟ ਟਰਮ ਹੀ ਆ ਸਾਰੇ। ਆਹ ਵਾਲੇ ਕਿਹੜੇ ਆ ਜੀ ਸਾਡੇ ਕੋਲ ਕਰੰਟ, ਜਿੱਦਾਂ ਇਨਵੈਂਟਰੀਜ਼ ਲਿਖਿਆ ਨਾ ਸਟਾਕ ਨੂੰ ਕਹਿੰਦੇ ਬੇਟਾ ਇਨਵੈਂਟਰੀਜ਼। ਠੀਕ ਨਾ, ਇਹਨਾਂ ਤੁਸੀਂ ਕੀ ਕਰ ਦੇਣਾ ਜੀ ਕਰੰਟ ਰੇਸ਼ੋ ਕੱਢ ਦੇਣਾ। ਠੀਕ ਨਾ, ਹੁਣ ਅੱਗੇ ਬੇਟਾ ਸਾਡੇ ਕੋਲ ਜਿੱਦਾਂ ਆਹ ਵਾਲੇ ਕੁਐਸਚਨ ਆ ਇਹਨਾਂ ਵਿੱਚ ਵੀ ਇਹੀ ਆ, ਕੈਲਕੂਲੇਟ ਦੀ ਕਰੰਟ ਰੇਸ਼ੋ ਐਂਡ ਕੁਇਕ ਰੇਸ਼ੋ। ਠੀਕ ਨਾ, ਦੇਖ ਲਓ ਕਰੰਟ ਐਸਟ ਕਿਹੜਾ ਕਢਾਉਣਾ ਆ, ਕਿਹੜਾ ਜੀ ਕਰੰਟ ਆ ਸੰਡਰੀ ਕ੍ਰੈਡਿਟਰ ਕੀ ਹੋ ਗਏ ਜੀ ਕਰੰਟ ਲਾਇਬਿਲਟੀ, ਮਸ਼ੀਨਰੀ ਫਿਕਸ ਐਸਟ ਦੇ ਕੁਝ ਨਹੀਂ ਕਰਨਾ, ਬਿਲਡਿੰਗ ਫਰਨੀਚਰ ਸੰਡਰੀ ਡੈਪਟਰ ਹੋ ਗਏ ਕਰੰਟ ਐਸਟ, ਕੈਸ਼ ਇਨ ਹੈਂਡ ਹੋ ਗਿਆ ਕਰੰਟ ਐਸਟ, ਬਿੱਲ ਪੇਬਲ ਕਰੰਟ ਲਾਇਬਿਲਟੀ, ਸਟਾਕ ਹੈ ਜੀ ਕਰੰਟ ਐਸਟ। ਉਹੀ ਤੁਸੀਂ ਪਹਿਲਾਂ ਕਰੰਟ ਰੇਸ਼ੋ ਕੱਢ ਦੇਣਾ। ਠੀਕ ਨਾ, ਤੇ ਫਿਰ ਬਾਅਦ ਚੋਂ ਕੀ ਕਰ ਦੇਣਾ ਜੀ ਕੁਇਕ ਰੇਸ਼ੋ ਕੱਢ ਦੇਣਾ ਤੁਸੀਂ ਇਹਨਾਂ ਵਿੱਚ। ਠੀਕ ਨਾ, ਹੁਣ ਬੇਟਾ ਕੁਛ ਆ ਸਵਾਲ ਸਾਡੇ ਵਿੱਚ ਸਾਡੇ ਕੋਲ ਹੈਗੇ ਜਿਨ੍ਹਾਂ ਵਿੱਚ ਸਾਨੂੰ ਕਿਹਾ ਜੀ ਮਿਸਿੰਗ ਦਿੱਤਾ ਹੋਣਾ, ਕੁਛ ਕੀ ਦਿੱਤਾ ਹੋਣਾ ਜੀ ਮਿਸਿੰਗ। ਇੱਕ ਸਵਾਲ ਤੁਹਾਨੂੰ ਮੈਂ ਉਹ ਕਰਾ ਦੇਣਾ ਜਿਹਦੇ ਵਿੱਚ ਕੀ ਦਿੱਤਾ ਹੋਣਾ ਹੈ ਤੁਹਾਨੂੰ ਜੀ ਸਟਾਕ ਦਿੱਤਾ ਹੋਣਾ, ਤੇ ਇੱਕ ਸਵਾਲ ਉਹ ਕਰਾ ਦੇਣਾ ਜਿਹਦੇ ਵਿੱਚ ਸਾਨੂੰ ਕਿਹਾ ਜੀ ਵਰਕਿੰਗ ਕੈਪੀਟਲ ਦਿੱਤੀ ਹੋਣੀ ਹੈ। ਠੀਕ ਹੈ ਨਾ, ਹੁਣ ਦੇਖੋ ਜੀ ਬੇਟਾ ਇੱਕ ਤਾਂ ਪਹਿਲਾਂ ਸਿੰਪਲ ਦੇਖ ਲਓ ਤੁਸੀਂ, ਮੰਨ ਲਓ ਸਾਨੂੰ ਨਹੀਂ ਕੀ ਦਿੱਤਾ ਜੀ ਕਰੰਟ ਰੇਸ਼ੋ ਦੇ ਦਿੱਤਾ ਕਿੰਨੇ ਦਾ ਜੀ 3:1 ਦਾ। ਠੀਕ ਹੈ ਨਾ, ਨਾਲ ਉਹਨੇ ਕਹਿ ਦਿੱਤਾ ਕਰੰਟ ਲਾਇਬਿਲਟੀ ਹੈਗੀ ਹੈ ਜੀ 10,000, ਕਰੰਟ ਐਸਟ ਪਤਾ ਕਰੋ। ਕਿਆ ਪਤਾ ਕਰੋ ਜੀ ਕਰੰਟ ਐਸਟ। ਤੁਸੀਂ ਕੀ ਕਰਨਾ ਬੇਟਾ ਕਰੰਟ ਰੇਸ਼ੋ ਦਿੱਤਾ ਹੈ, ਕਰੰਟ ਰੇਸ਼ੋ ਦਾ ਫਾਰਮੂਲਾ ਲਿਖੋ ਕਿੰਨਾ ਜੀ ਕਰੰਟ ਐਸਟ ਵਟਾ ਕਰੰਟ ਲਾਇਬਿਲਟੀ। ਕਰੰਟ ਰੇਸ਼ੋ ਕਿੰਨਾ ਆ 3/1, ਤੇ ਸਾਡੇ ਕੋਲ ਕਰੰਟ ਐਸਟ ਕਿੰਨੀ ਆ, ਕਰੰਟ ਐਸਟ ਹੈਗੀ ਆ ਸਾਡੇ ਕੋਲ ਪਤਾ ਨਹੀਂ, ਕਰੰਟ ਲਾਇਬਿਲਟੀ ਕਿੰਨੀ ਆ 10,000। ਠੀਕ ਹੈ ਨਾ, ਬਸ ਕੁਛ ਨਹੀਂ ਬੇਟਾ ਕ੍ਰੋਸ ਮਲਟੀਪਲੀਕੇਸ਼ਨ ਕਰ ਦੇਣੀ ਆਪਾਂ। ਠੀਕ ਹੈ ਨਾ, ਯਾਨੀ ਕਿ ਜੀ ਕਰੰਟ ਐਸਟ ਕਿੰਨੇ ਆ ਜਾਣੇ 3 × 10,000 ਬਰਾਬਰ ਆ ਜਾਣਾ 30,000 ਆ ਜਾਣਾ, ਬਰਾਬਰ ਕੀ ਆ ਜਾਣਾ ਜੀ 30,000। ਠੀਕ ਨਾ, ਇੱਦਾਂ ਜੇ ਕਰੰਟ ਐਸਟ ਦਿੱਤਾ ਆ ਤਾਂ ਕਰੰਟ ਐਸਟ ਦੀ ਵੈਲਿਊ ਭਰ ਕੇ ਕਰੰਟ ਲਾਇਬਿਲਟੀ ਅੱਧ ਜਾ ਕੇ, ਜਿੱਦਾਂ ਹੁਣ ਮੰਨ ਲਓ ਫੋਰ ਐਗਜ਼ਾਮਪਲ ਮੈਂ ਇੱਥੇ ਲੈ ਲੈਣਾ ਕਿ ਮੰਨ ਲਓ ਕਰੰਟ ਰੇਸ਼ੋ ਕਿੰਨੇ ਦਾ ਸੀਗਾ ਜੀ 3 ਦਾ। ਠੀਕ ਨਾ, ਤੇ ਜਿਹੜੇ ਕਰੰਟ ਐਸਟਸ ਆ ਉਹ ਕਿੰਨੇ ਆ ਜੀ ਉਹ ਹੈਗੇ ਆ ਮੰਨ ਲਓ 15,000। ਕਰੰਟ ਰੇਸ਼ੋ 3:1 ਦਾ ਆ ਤੇ ਕਰੰਟ ਐਸਟ ਕਿੰਨੇ 15,000। ਕਹਿੰਦਾ ਕਰੰਟ ਲਾਇਬਿਲਟੀ ਪਤਾ ਕਰੋ। ਠੀਕ ਹੈ ਨਾ, ਤੁਸੀਂ ਕੀ ਕਰਨਾ ਜੀ ਪਹਿਲਾਂ ਕਰੰਟ ਰੇਸ਼ੋ ਦਾ ਫਾਰਮੂਲਾ ਲਾਣਾ, ਕੀ ਆਣਾ ਜੀ ਕਰੰਟ ਐਸਟ ਵਟਾ ਕਰੰਟ ਲਾਇਬਿਲਟੀਜ਼। ਕਰੰਟ ਰੇਸ਼ੋ ਕਿੰਨਾ ਹੈ ਜੀ 3/1, ਤੇ ਇਹ ਕਿੰਨਾ ਜੀ ਕਰੰਟ ਐਸਟ ਹੈਗੇ ਆ 15,000, ਕਰੰਟ ਲਾਇਬਿਲਟੀ ਪਤਾ ਨਹੀਂ ਐਨੇ ਉੱਪਰ ਚੱਲ ਜਾਣਾ 3 × ਕਰੰਟ ਲਾਇਬਿਲਟੀ ਬਰਾਬਰ ਕਿੰਨਾ ਜੀ 15,000, ਤੇ ਕਰੰਟ ਲਾਇਬਿਲਟੀ ਕਿੰਨੀ ਆਣੀ ਹੈ ਜੀ 15,000 / 3 ਕਿੰਨਾ ਆਣਾ ਹੈ ਜੀ 5,000 ਆ ਜਾਣਾ। ਠੀਕ ਨਾ, ਇਸ ਤਰ੍ਹਾਂ। ਹੁਣ ਬੇਟਾ ਇੱਕ ਸਵਾਲ ਤੁਹਾਡੇ ਮਿਸਿੰਗ ਵਾਲੇ ਵਿੱਚ ਹੋਣਾ ਆ ਕਿ ਜੇ ਤੁਹਾਨੂੰ ਇਹਨੇ ਕੀ ਦਿੱਤਾ ਹੋਵੇ ਵਰਕਿੰਗ ਐਸਟ ਦਿੱਤਾ ਹੋਵੇ ਤੇ ਵਰਕਿੰਗ ਕੈਪੀਟਲ ਦਿੱਤਾ ਹੋਵੇ ਸੋਰੀ, ਤੇ ਨਾਲ ਕੀ ਦਿੱਤਾ ਹੋਵੇ ਜੀ ਸਟਾਕ ਦਿੱਤਾ ਹੋਵੇ। ਠੀਕ ਹੈ ਨਾ, ਜਿੱਦਾਂ ਤੁਹਾਡੀ ਬੁੱਕ ਵਿੱਚ ਹੀ ਹੈ ਮੇਰੇ ਕੋਲ ਇੱਕ ਕੁਐਸਚਨ ਦੇਖੋ ਕੀ ਕਹਿੰਦਾ, ਜਿੱਦਾਂ ਆਹ ਵਾਲਾ ਕੁਐਸਚਨ ਆ ਤੁਹਾਡੇ ਕੋਲ ਆਹ ਵਾਲਾ ਮੇਰੇ ਕੋਲ 10th ਕੁਐਸਚਨ ਆ ਜੀ। ਕੀ ਕਹਿੰਦਾ ਹੈ ਜੀ ਕਹਿੰਦਾ ਕਰੰਟ ਰੇਸ਼ੋ ਹੈਗਾ ਆ ਸਾਡੇ ਕੋਲ ਕਿੰਨਾ ਜੀ 3.5:1, ਤੇ ਕੁਇਕ ਰੇਸ਼ੋ ਹੈਗਾ ਆ 2:1, ਤੇ ਸਾਨੂੰ ਨਹੀਂ ਸਟਾਕ ਦਿੱਤਾ ਆ। ਸਟਾਕ ਵੀ ਹੋ ਸਕਦਾ ਇਨਵੈਂਟਰੀ ਵੀ ਕਹਿ ਸਕਦੇ, ਇਨਵੈਂਟਰੀ ਵੀ ਸਟਾਕ ਨੂੰ ਕਹਿੰਦੇ ਬੇਟਾ ਆਪਾਂ। ਠੀਕ ਹੈ ਜੀ, ਉਹ ਕਿੰਨਾ ਹੈ ਜੀ ਉਹ ਹੈਗਾ ਆ 60,000। ਉਹ ਕਹਿੰਦਾ ਕੀ ਪਤਾ ਕਰੋ ਕਰੰਟ ਐਸਟ ਪਤਾ ਕਰੋ, ਕਰੰਟ ਲਾਇਬਿਲਟੀ ਪਤਾ ਕਰੋ। ਠੀਕ ਹੈ ਜੀ, ਤੇ ਕੁਇਕ ਐਸਟਸ ਪਤਾ ਕਰੋ। ਇਹ ਚੀਜ਼ਾਂ ਆਪਾਂ ਫਾਈਂਡ ਕਰਨੀਆਂ ਹੈ, ਇਹ ਚੀਜ਼ਾਂ ਕੀ ਕਰਨੀਆਂ ਜੀ ਆਪਾਂ ਫਾਈਂਡ ਕਰਨੀਆਂ ਹੈ। ਠੀਕ ਨਾ, ਕਿਸ ਤਰ੍ਹਾਂ ਦੇਖੋ ਬੇਟਾ ਸਾਡੇ ਕੋਲ ਪਹਿਲਾਂ ਕਰੰਟ ਰੇਸ਼ੋ ਆ, ਕਰੰਟ ਰੇਸ਼ੋ ਦਾ ਫਾਰਮੂਲਾ ਲਾਓ ਕਰੰਟ ਐਸਟ ਵਟਾ ਕਰੰਟ ਲਾਇਬਿਲਟੀ। ਨਾ ਸਾਡੇ ਕੋਲ ਕਰੰਟ ਐਸਟ ਹੈ ਨਾ ਕਰੰਟ ਲਾਇਬਿਲਟੀ ਆ, ਦੋਨੇ ਹੈ ਨਹੀਂ ਗਏ ਨਾ,
ਤੇ ਅਸੀਂ ਕੀ ਕਰਨਾ ਬੇਟਾ, ਅਸੀਂ ਮੰਨ ਲੈਣਾ ਲੈਟ ਕਰੰਟ ਲੋਬਿਲਿਟੀ ਕਿੰਨੀ ਆ ਜੀ, x। ਕਰੰਟ ਲੋਬਿਲਿਟੀ ਕਿੰਨੀ ਆ, x। ਹੁਣ ਕਰੰਟ ਰੇਸ਼ੋ ਵਾਲਾ ਫਾਰਮੂਲੇ ਦੇ ਪਾ ਦਿਓ 3.5 upon 1 ਇਜ਼ਕਲ ਟੂ ਕਰੰਟ ਐਸਿਡ ਪਤਾ ਨਹੀਂ, ਕਰੰਟ ਲੋਬਿਲਿਟੀ ਹੈਗੀ ਸਾਡੇ ਕੋਲ x। ਕ੍ਰੋਸ ਮਲਟੀਪਲੀਕੇਸ਼ਨ ਕਰ ਦਿਓ, ਕਰੰਟ ਐਸਿਡ ਬਰਾਬਰ ਕੀ ਆ ਜਾਣਾ, ਇਹਨੂੰ ਮਲਟੀਪਲਾਈ ਕਰਕੇ 3.5 x ਆ ਜਾਣਾ। ਕਿੰਨਾ ਆ ਜਾਣਾ, 3.5 x। ਠੀਕ ਹੈ ਜੀ। ਕੀ ਆ ਜਾਣਾ ਜੀ, 3.5 x ਆ ਜਾਣਾ। ਠੀਕ ਆ। ਹੁਣ ਜੀ ਫਿਰ ਅੱਗੇ ਕੁਇਕ ਰੇਸ਼ੋ ਦਾ ਫਾਰਮੂਲਾ ਲਾ ਲਓ। ਕੁਇਕ ਰੇਸ਼ੋ ਦਾ ਫਾਰਮੂਲਾ ਕੀ ਹੁੰਦਾ ਜੀ, ਕੁਇਕ ਐਸਿਡ ਵਟਾ ਕਰੰਟ ਲੋਬਿਲਿਟੀ, ਕੁਇਕ ਐਸਿਡ ਵਟਾ ਕਰੰਟ ਲੋਬਿਲਿਟੀ। ਠੀਕ ਨਾ। ਇਹ ਸਾਡੇ ਕੋਲ ਕਿੰਨਾ ਹੈ ਜੀ, 2/1। ਕੁਇਕ ਐਸਿਡ ਪਤਾ ਨਹੀਂ, ਕਰੰਟ ਲੋਬਿਲਿਟੀ ਕਿੰਨੀ ਹੈ ਜੀ, x। ਤੇ ਕੁਇਕ ਐਸਿਡ ਕਿੰਨੇ ਹੋ ਜਾਣੇ ਜੀ, 2 ਨੂੰ x ਨਾਲ ਮਲਟੀਪਲਾਈ ਕਰਕੇ 2x। ਕਿੰਨਾ ਆ ਜਾਣਾ ਜੀ, 2x। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਸਾਨੂੰ ਬੇਟਾ ਜਿੱਦਾਂ ਸਟੋਕ ਦਿੱਤਾ ਆ, ਠੀਕ ਨਾ, ਇੱਕ ਗੱਲ ਯਾਦ ਰੱਖਣੀ, ਜਿਹੜਾ ਕਰੰਟ ਐਸਿਡ ਦੇ ਵਿੱਚੋਂ ਜੇ ਮੈਂ ਕੁਇਕ ਐਸਿਡ ਘਟਾਣਾ ਆ ਤਾਂ ਬਰਾਬਰ ਬੇਟਾ ਸਟੋਕ ਹੁੰਦਾ ਸਾਡੇ ਕੋਲ। ਠੀਕ ਨਾ। ਇੱਥੇ ਵੈਲਿਊ ਭਰ ਦਿਓ ਜੀ, ਕਰੰਟ ਐਸਿਡ ਕਿੰਨੇ ਕੱਢਿਓ ਆ, 3.5x ਮਾਈਨਸ ਕੁਇਕ ਐਸਿਡ ਕਿੰਨੇ ਆ ਜੀ, 2x। ਤੇ ਸਟੋਕ ਕਿੰਨਾ ਹੈ ਜੀ ਸਾਡੇ ਕੋਲ, ਉਹਨੇ ਦਿੱਤਾ ਹੈ ਕਿੰਨਾ ਹੈ ਜੀ, 60,000। ਕਿੰਨਾ ਹੈ ਜੀ, 60,000। ਇੱਥੋਂ ਘਟਾਤਾ 1.5x ਬਰਾਬਰ ਕਿੰਨਾ ਹੈ ਜੀ, 60,000 ਆ। ਠੀਕ ਨਾ। ਤੇ x ਕਿੰਨਾ ਆ ਜਾਣਾ ਜੀ, 60,000 ਬਟਾ 0.5। ਠੀਕ ਹੈ ਜੀ। ਕਿੰਨਾ ਜੀ, 60,000 ਬਟਾ 0.5। ਉਹਨੂੰ ਕਰ ਦਿਓ ਜੀ, ਕਿੰਨਾ ਆਣਾ ਜੀ ਸਾਡੇ ਕੋਲ, ਇਹ ਕੱਟ ਕੇ ਆ ਜਾਣਾ ਹੈਗਾ ਸਾਡੇ ਕੋਲ 40,000 ਆ ਜਾਣਾ ਬੇਟਾ, ਡਿਵਾਈਡ ਕਰਕੇ ਇਹਨੂੰ ਕਿੰਨਾ ਆ ਜਾਣਾ ਜੀ, 40,000। ਠੀਕ ਨਾ। ਹੁਣ ਸਾਡੇ ਕੋਲ ਦੇਖੋ x ਬਰਾਬਰ ਆ ਗਈ ਆ ਤਾਂ ਕਰੰਟ ਲੋਬਿਲਿਟੀ ਆ ਗਈ ਕਿੰਨੀ ਜੀ, 40,000। ਕਰੰਟ ਐਸਿਡ ਕਿੰਨੇ ਆ, ਉਹ ਹੈਗੇ 3.5x। ਠੀਕ ਨਾ। ਮਤਲਬ ਕਿੰਨਾ ਹੈ ਜੀ, 3.5 ਨੂੰ ਗੁਣਾ ਕਰੋ 40,000 ਨਾਲ, ਕਿੰਨਾ ਨਾ ਜੀ, 1,40,000 ਆ ਜਾਣਾ। 4 ਤੇ 12 ਪੰਜੋ ਕੋ ਕਿੰਨਾ ਜੀ, 1,40,000। ਠੀਕ ਨਾ। ਇਸੇ ਤਰ੍ਹਾਂ ਜੇ ਆਪਾਂ ਕੁਇਕ ਐਸਿਡ ਕੱਢਣੇ ਆ, ਉਹਦਾ ਫਾਰਮੂਲਾ ਕੁਇਕ ਐਸਿਡ ਕਿੰਨੇ ਕਿਹਾ ਹੈ ਉਹਨੇ ਸਾਨੂੰ, 2x। ਮਤਲਬ 2 ਗੁਣਾ x ਦੀ ਵੈਲਿਊ 40,000। ਕਿੰਨਾ ਹੈ ਜੀ, 80,000। ਕਿੰਨਾ ਜਾਣਾ ਜੀ, 80,000। ਇਹ ਸੀਗਾ ਬੇਟਾ ਜੇ ਸਾਨੂੰ ਮਤਲਬ ਕਹਿ ਜੋ ਨਹੀਂ ਸਟੋਕ ਦਿੱਤਾ ਹੋਵੇ। ਠੀਕ ਨਾ। ਹੁਣ ਇਸੇ ਤਰ੍ਹਾਂ ਅੱਗੇ ਅਸੀਂ ਕਰਨਾ ਹੈਗਾ ਆ ਕਿ ਜੇ ਸਾਨੂੰ ਉਹਨੇ ਕੀ ਦਿੱਤਾ ਹੋਵੇ ਜੀ, ਮੰਨ ਲਓ ਜੀ ਵਰਕਿੰਗ ਕੈਪੀਟਲ ਕੱਲੀ ਦਿੱਤੀ ਹੋਵਾ। ਫੋਰ ਐਗਜ਼ਾਮਪਲ ਉਹਨੇ ਕਹਿ ਦਿੱਤਾ ਜੀ ਕਿ ਕਰੰਟ ਰੇਸ਼ੋ ਹੈਗਾ ਸਾਡੇ ਕੋਲ 3:1 ਦਾ। ਠੀਕ ਨਾ। ਤੇ ਕੁਇਕ ਰੇਸ਼ੋ ਹੈਗਾ ਸਾਡੇ ਕੋਲ ਮੰਨ ਲਓ ਜੀ 2:1 ਦਾ। ਠੀਕ ਨਾ। ਤੇ ਜਿਹੜੀ ਸਾਨੂੰ ਉਹਨੇ ਨਾਲ ਵਰਕਿੰਗ ਕੈਪੀਟਲ ਦੇ ਦਿੱਤੀ ਉਹ ਆ। ਠੀਕ ਨਾ। ਔਰ ਵਰਕਿੰਗ ਕੈਪੀਟਲ ਹੈਗੀ ਆ ਸਾਡੇ ਕੋਲ ਜੀ 20,000 ਦੀ। ਕਿੰਨੇ ਦੀ ਹੈ ਜੀ, 20,000 ਦੀ। ਠੀਕ ਨਾ। ਤੇ ਅਸੀਂ ਕੀ ਕਰਨਾ ਬੇਟਾ, ਦੇਖ ਲਿਓ, ਪਹਿਲਾਂ ਕਰੰਟ ਰੇਸ਼ੋ ਦਾ ਫਾਰਮੂਲਾ ਲਾਣਾ ਆਪਾਂ, ਕਰੰਟ ਐਸਿਡ ਵਟਾ ਕਰੰਟ ਲੋਬਿਲਿਟੀ ਉਹੀ ਜੀ। ਫਿਰ ਕਰੰਟ ਲੋਬਿਲਿਟੀ x ਮੰਨ ਲਓ ਕਿੰਨਾ ਜਾਣਾ ਜੀ, 3/1 ਕਰੰਟ ਐਸਿਡ ਵਟਾ x, ਔਰ ਕਰੰਟ ਐਸਿਡ ਬਰਾਬਰ ਕਿੰਨਾ ਜਾਣਾ ਜੀ, 3x। ਠੀਕ ਨਾ। ਹੁਣ ਸਾਨੂੰ ਵਰਕਿੰਗ ਕੈਪੀਟਲ ਦਿੱਤੀ ਹੋ ਨਾ, ਤਾਂ ਪਹਿਲਾਂ ਕੁਇਕ ਰੇਸ਼ੋ ਦਾ ਵੀ ਫਾਰਮੂਲਾ ਲਾ ਸਕਦੇ ਹੋ ਤੁਸੀਂ। ਕੁਇਕ ਰੇਸ਼ੋ ਉਹਦੇ ਵਿੱਚ ਕੀ ਆ ਜੀ, ਕੁਇਕ ਐਸਿਡ ਵਟਾ ਕਰੰਟ ਲੋਬਿਲਿਟੀ। ਕੁਇਕ ਰੇਸ਼ੋ ਕਿੰਨਾ ਹੈ ਜੀ, 2 ਬਰਾਬਰ ਕੁਇਕ ਐਸਿਡ ਪਤਾ ਨਹੀਂ, ਕਰੰਟ ਲੋਬਿਲਿਟੀ ਕਿੰਨੀ ਹੈ ਜੀ, x। ਠੀਕ ਹੈ ਜੀ। ਕਰੰਟ ਲੋਬਿਲਿਟੀ ਕਿੰਨੀ ਹੈ ਜੀ, x। ਔਰ ਜੀ ਹੁਣ ਸਾਡੇ ਕੋਲ ਆ ਜਾਣਾ ਕੁਇਕ ਐਸਿਡਸ ਕਿੰਨਾ ਜੀ, 2x। ਠੀਕ ਹੈ ਨਾ। ਹੁਣ ਬੇਟਾ ਸਾਨੂੰ ਦਿੱਤੀ ਉਹਨੇ ਵਰਕਿੰਗ ਕੈਪ, ਜਿੱਦਾਂ ਪਹਿਲਾਂ ਸਟੋਕ ਦਿੱਤਾ ਸੀ ਆਪਾਂ ਲਾ ਲਿਆ ਸੀ ਕਰੰਟ ਐਸਿਡ ਮਾਈਨਸ ਕਰੰਟ ਲੋਬਿਲਿਟੀ, ਨਹੀਂ ਕੁਇਕ ਐਸਿਡ ਹੈ ਨਾ। ਹੁਣ ਸਾਨੂੰ ਵਰਕਿੰਗ ਕੈਪੀਟਲ ਦਿੱਤੀ ਹੋ ਨਾ, ਤਾਂ ਬੇਟਾ ਵਰਕਿੰਗ ਕੈਪੀਟਲ ਦਾ ਫਾਰਮੂਲਾ ਹੁੰਦਾ ਕਰੰਟ ਐਸਿਡ ਮਾਈਨਸ ਕਰੰਟ ਲੋਬਿਲਿਟੀ। ਠੀਕ ਹੈ ਨਾ। ਯਾਨੀ ਕਿ ਕਰੰਟ ਐਸਿਡ ਸਾਡੇ ਕੋਲ ਕਿੰਨੇ ਆ ਜੀ, 3x ਮਾਈਨਸ ਕਰੰਟ ਲੋਬਿਲਿਟੀ ਕਿੰਨੀ ਆ, x
वर्किंग कैपिटल कितनी है जी 20,000। और जी 3x चो x कढ़िया 2x बराबर 20,000 और x बराबर कितना आना जी 20,000 बटा 2 बराबर कितना आ गया जी 10,000। ਉਹੀ बेटा x की वैल्यू आ गई फिर बाकी ਕੱਢ देना ਤੁਸੀਂ। करंट एसट जिदा ਸਾਡੇ ਕੋਲ ਕਿੰਨੇ ਆ ਜੀ 3x 3 गुणा x की वैल्यू 10,000 कितना जी 30,000। और करंट लॉयल्टी वो ਕੱਢ ਲਈ ਆਪਾਂ क्योंकि एसट किन्ने ਸਾਡੇ ਕੋਲ जी 2x ठीक है ना मतलब 2 गुणा 10,000 कितना है जी 20,000 ठीक है ना। ये बेटा सीगा कि जे ਤੁਹਾਡੇ ਕੋਲ मिसिंग वालियां ਦਿੱਤੀਆਂ ਹੋਣ ਚੀਜ਼ਾਂ ठीक है ना। ਹੁਣ बेटा ਅੱਗੇ ਕੁਐਸਚਨ ਕਰਨਾ ਹੈਗਾ ਆ ਕਿ ਜੇ ਮਤਲਬ ਆਪਾਂ ਕੁਝ ਲਾਇਲਟੀ ਪੇਡ ਕਰਦੇ ਆ ਤਾਂ ਉਹਨਾਂ ਸਾਡੇ ਉੱਤੇ ਕੀ ਫਰਕ ਪੈਂਦਾ ਆ ਕਰੰਟ ਰੇਸ਼ੋ ਤੇ। ਹਾਂਜੀ ਸਟੂਡੈਂਟ ਜਿੱਦਾਂ ਆ ਕੁਐਸਚਨ ਦੇਖੋ ਮੇਰੇ ਕੋਲ 12th ਕੁਐਸਚਨ ਹੈ ਕਹਿੰਦਾ ਦੀ ਰੇਸ਼ੋ ਆਫ ਕਰੰਟ ਐਸਿਡ ਐਨ ਟੂ ਕਰੰਟ ਲਾਇਲਟੀ ਕਿੰਨਾ 1.51 ਠੀਕ ਹੈ ਨਾ। ਕਿ ਮਤਲਬ ਕਹਿ ਜੀ ਉਹਨੇ ਰੇਸ਼ੋ ਦਿੱਤਾ ਆ ਕਿਹਦਾ ਜੀ ਕਰੰਟ ਐਸਿਡ ਕਿੰਨੇ ਆ ਜੀ 7,50,000 ਠੀਕ ਹੈ ਜੀ। ਤੇ ਜਿਹੜਾ ਕਰੰਟ ਰੇਸ਼ੋ ਹੈ ਇਹਨਾਂ ਦਾ ਕਿੰਨਾ ਜੀ 1.5 ਅਨੁਪਾਤ 1 ਕਹਿੰਦਾ ਜੀ ਅਕਾਊਂਟੈਂਟ ਆਫ ਦੀ ਫਾਰਮ ਇਜ਼ ਇੰਟਰਸਟਿਡ ਇਨ ਮੇਨਟੇਨਿੰਗ ਦੀ ਕਰੰਟ ਰੇਸ਼ੋ ਕਿੰਨਾ ਜੀ 2:1 ਕਹਿੰਦਾ ਜਿਹੜਾ ਅਕਾਊਂਟੈਂਟ ਆ ਨਾ ਉਹ ਕਿੰਨੀ ਦੀ ਰੇਸ਼ੋ ਕਰਨਾ ਚਾਹੁੰਦਾ 2:1 ਦੀ ਕਰਨਾ ਚਾਹੁੰਦਾ। ਆ ਸਾਡੀ 올ਡ ਰੇਸ਼ੋ ਆ ਨਿਊ ਰੇਸ਼ੋ ਕਿੰਨੀ ਚਾਹੁੰਦਾ ਆ ਉਹ ਚਾਹੁੰਦਾ ਹੈ 2:1 ਦੀ ਕਰਕੇ ਬੇਟਾ ਜਿਹੜੀ ਕਰੰਟ ਰੇਸ਼ੋ ਦੀ 2:1 ਦੀ ਰੇਸ਼ੋ ਹੈ ਨਾ ਉਹ ਬੈਸਟ ਮੰਨੀ ਜਾਂਦੀ ਆ ਵਧੀਆ ਮੰਨੀ ਜਾਂਦੀ ਜਿਹਦੇ ਦੋ ਕਰੰਟ ਦੀ ਰੇਸ਼ੋ ਨਾ 2:1 ਦੀ ਰੇਸ਼ੋ ਆ ਉਹ ਮਤਲਬ ਬਿਜ਼ਨਸ ਲਈ ਸਹੀ ਆ ठीक है ना। कहना बाय पेइंग सम पार्ट ऑफ करंट लॉयल्टी कुछ लॉयल्टी नू पेड करके। बेटा एक गल याद रखियो जदों असीं लॉयल्टी नू पेड करदे हैं ना तां साडा करंट एसिड भी घटदा साडा करंट लॉयल्टी भी घटदी साडा कहड़ी करंट एसिड भी घटदा करंट लॉयल्टी भी घटदी आ। जे आपां कुछ क्रेडिट परचेज करदे आ तां उन्हां की होना जी साडे कोल करंट एसिड भी वधना करंट लॉयल्टी भी ਵਧਣੀ ਹੈ ठीक है ना। ਹੁਣ बेटा देखो ਸਾਡੇ ਕੋਲ ਪਹਿਲਾਂ ਕਰੰਟ ਐਸਿਡ ਤੇ ਕਰੰਟ ਲਵੈਲਟੀਆਂ ਪੇਡ ਹੋਣੀ ਹੈ। ਉਹ ਕਹਿੰਦਾ ਦੱਸੋ ਕਿੰਨੀ ਉਹ ਲਵੈਲਟੀ ਪੇਡ ਕਰੇ ਜਿਹਦੇ ਨਾਲ ਉਹਨਾਂ ਦਾ ਰੇਸ਼ੋ ਕਿੰਨਾ ਹੋ ਜਾਵੇ ਜੀ 2:1 ਦਾ ਹੋਵੇ। ਪਹਿਲਾਂ ਸਾਡੇ ਕੋਲ ਕਰੰਟ ਐਸਿਡ ਕਰੰਟ ਐਟਲ ਹੋਣੇ ਚਾਹੀਦੇ ਜਿੱਦਾਂ ਹੁਣ ਸਾਨੂੰ ਕਰੰਟ ਰੇਸ਼ੋ ਦਿੱਤਾ ਆ ਅਸੀਂ ਕੀ ਕਰ ਦੇਣਾ ਜੀ ਕਰੰਟ ਐਸਿਡ ਵਟਾ ਕਰੰਟ ਲਵੈਲਟੀ ਠੀਕ ਹੈ ਨਾ। ਕਰੰਟ ਰੇਸ਼ੋ ਕਿੰਨਾ ਆ 1.5 ਵਟਾ 12 1 ਸੋਰੀ ਤੇ ਕਰੰਟ ਐਸਿਡ ਕਿੰਨੇ ਆ 7,50,000 ਵਟਾ ਕਰੰਟ ਲਵੈਲਟੀ ਕਿੰਨੀ ਆ ਸਾਨੂੰ ਪਤਾ ਨਹੀਂ ਹੈਗੀ ਤੇ ਕਰੰਟ ਲਵੈਲਟੀ ਉੱਪਰ ਚਲ ਜਾਣੀ ਆ ਤੇ ਇਹ ਕਿੰਨਾ ਆਣਾ ਜੀ 7,50,000 ਵਟਾ 1.5 ਠੀਕ ਹੈ ਨਾ। ਤਾਂ ਇਹ ਕਿੰਨਾ ਆਣਾ ਸਾਡੇ ਕੋਲ ਇਹ ਆ ਜਾਣਾ ਹੈਗਾ 16 ਕਰਕੇ 5 ਲੱਖ ਕਿੰਨਾ ਆਣਾ ਜੀ 5 ਲੱਖ ਆ ਜਾਣਾ ਸਾਡੇ ਕੋਲ ਕਿਹਾ ਜੀ ਕਰੰਟ ਲਵੈਲਟੀ। ਹੁਣ ਅਸੀਂ ਉਹ ਕਹਿੰਦਾ ਦੱਸੋ ਕਿੰਨੀ ਲਵੈਲਟੀ ਪੇਡ ਕਰੇ ਕਿ ਰੇਸ਼ੋ 2:1 ਦਾ ਹੋ ਜਾਵੇ ਠੀਕ ਹੈ ਨਾ। ਅਸੀਂ ਮੰਨ ਲੈਣਾ ਕਿ ਲੈਟ ਕਰੰਟ ਲਵੈਲਟੀ ਪੇਡ ਕਿੰਨੀ ਆ ਜੀ x ਮੈਂ ਤੁਹਾਨੂੰ ਕਿਹਾ ਜਦੋਂ ਲਵੈਲਟੀ ਪੇਡ ਕਰਦੇ ਆ ਨਾ ਤਾਂ ਸਾਡੇ ਕੋਲ ਜਿਹੜਾ ਨਿਊ ਕਰੰਟ ਐਸਟਸ ਆ ਉਹ ਕਿੰਨੇ ਆਣੇ ਪਹਿਲਾਂ 7,50,000 ਸੀਗੇ x ਇਹ ਘਟ ਜਾਣੇ ਫਿਰ ਇਸ ਤਰ੍ਹਾਂ ਨਿਊ ਕਰੰਟ ਲਵੈਲਟੀ ਕਿੰਨੀ ਆਣੀ ਪਹਿਲਾਂ 5 ਲੱਖ ਸੀਗੀ x ਇਹ ਘਟ ਜਾਣੀ ਹੈ ਨਿਊ ਕਰੰਟ ਲਵੈਲਟੀ ਠੀਕ ਨਾ। ਹੁਣ ਅਸੀਂ ਕੀ ਕਰਨਾ ਹੈਗਾ ਜੀ ਸਾਨੂੰ ਨਹੀਂ ਨਿਊ ਰੇਸ਼ੋ ਦਿੱਤਾ ਹੈ ਉਹਨੇ ਕਿਹਾ ਹੈ ਨਾ ਕਿ ਜਿਹੜਾ ਸਾਡੇ ਕੋਲ ਨਿਊ ਰੇਸ਼ੋ ਆ ਉਹ ਕਿੱਦਾਂ ਆਣਾ ਫਿਰ ਨਿਊ ਕਰੰਟ ਐਸਟਸ ਨਿਊ ਕਰੰਟ ਲਵੈਲਟੀਜ਼ ਨਵੇਂ ਕਰੰਟ ਐਸਿਡ ਨਵੇਂ ਕਰੰਟ ਲਵੈਲਟੀਜ਼। ਨਿਊ ਕਰੰਟ ਰੇਸ਼ੋ ਨੇ ਕਿੰਨਾ ਕਿਹਾ ਹੈ 2:1 ਦਾ ਨਿਊ ਕਰੰਟ ਐਸਿਡ ਕਿੰਨੇ ਆ 7,50,000 ਮਾਈਨਸ x ਨਿਊ ਕਰੰਟ ਲਵੈਲਟੀ ਕਿੰਨੀ ਆ ਜੀ 5 ਲੱਖ ਮਾਈਨਸ x ਇਹਨੂੰ ਕ੍ਰੋਸ ਮਲਟੀਪਲੀਕੇਸ਼ਨ ਕਰ ਦੇਣਾ ਕਿੰਨਾ ਜੀ 5 ਲੱਖ ਮਾਈਨਸ x ਉਸ ਤੋਂ ਬਾਅਦ ਜੀ 7,50,000 ਮਾਈਨਸ x ਇਹਨੂੰ ਕਰੋ ਜੀ ਕਿੰਨਾ ਜੀ 10 ਲੱਖ ਮਾਈਨਸ 2x ਇਹ ਆਣਾ ਜੀ 7,50,000 ਮਾਈਨਸ x। ਹੁਣ ਜੀ x ਵਾਲੇ ਇੱਕ ਪਾਸੇ ਲੈ ਜਾਓ ਕਿੰਨਾ ਜੀ ਮਾਈਨਸ 2x ਹੈਗਾ x ਵਾਲਾ ਇੱਧਰ ਆ ਗਿਆ ਜੀ ਪਲੱਸ x ਆ 7,50,000 ਇੱਧਰ ਹੈ ਜੀ ਐਨੇ ਇੱਧਰ ਜਾ ਕੇ ਮਾਈਨਸ ਹੋ ਜਾਣਾ 10 ਲੱਖ ਠੀਕ ਹੈ ਜੀ ਕਿੰਨਾ ਜੀ 10 ਲੱਖ ਆ ਵੀ ਸੌਰੀ 10 ਕਿੰਨਾ ਸਾਡੇ ਕੋਲ ਇਹ ਹਾਂਜੀ 5 ਲੱਖ ਸੀਗਾ 2 3 1 0 ਹੋਰ ਆ 10 ਲੱਖ ਠੀਕ ਆ। ਤੇ ਇਹ ਸਾਡੇ ਕੋਲ ਕਿੰਨਾ ਆ ਗਿਆ ਜੀ 2x ਦੇ ਵਿੱਚ x ਕੱਢਿਆ ਕਿੰਨਾ ਜੀ 1x h ਆ ਕੱਢ ਦਿੱਤਾ ਮਾਈਨਸ 2 ਲੱਖ x ਨਾਲ x ਬਰਾਬਰ ਕਿੰਨਾ ਆ ਗਿਆ 2,50,000 ਇਹਦਾ ਮਤਲਬ ਲਵੈਲਟੀ ਕਿੰਨੀ ਪੇਡ ਕਰੂੰਗਾ ਜੀ 2,50,000 ਠੀਕ ਹੈ ਨਾ। ਉਸ ਤੋਂ ਬਾਅਦ ਬੇਟਾ ਆਪਾਂ ਅਗਲਾ ਰੇਸ਼ੋ ਕਰਨਾ ਹੈਗਾ ਆ ਬਾਕੀ ਇਹਦੇ ਨਾਲ ਦੇ ਕੁਐਸਚਨ ਹੀ ਹੈ ਬੇਟਾ ਸਾਰੇ ਠੀਕ ਹੈ ਨਾ। क्विक रेशो ਨੂੰ ਕਹੀ ਜਗ੍ਹਾ ਐਸੀ ਟੈਸਟ ਰੇਸ਼ੋ ਜਾਂ ਹੋਰ ਰੇਸ਼ੋ ਲਿਖ ਦਿੰਦਾ ਉਹ
ठीक है ना। अगला बेटा करना हैगा ਆਪਾਂ ਸੋਲਵੈਂਸੀ ਰੇਸ਼ੋ। ਕਿਹੜਾ ਕਰਨਾ ਹੈਗਾ ਜੀ ਸਾਡੇ ਕੋਲ ਸੋਲਵੈਂਸੀ ਰੇਸ਼ੋ ਆ ਜੀ। ठीक है जी। ਸੋਲਵੈਂਸੀ ਰੇਸ਼ੋ ਦੇ ਬੇਟਾ ਸਾਡੇ ਵਿੱਚ ਦੋ ਰੇਸ਼ੋ ਆਉਂਦੀਆਂ, ਠੀਕ ਹੈ ਨਾ। ਇੱਕ ਤਾਂ ਕਿਹੜੀ ਆਉਂਦੀ ਹੈ ਜੀ ਡੈਬਿਟ ਇਕੁਇਟੀ ਰੇਸ਼ੋ, ਠੀਕ ਹੈ ਜੀ। ਜਿਹੜੀ ਸਾਡੇ ਕੋਲ ਕੀ ਆ ਜਾਂਦਾ ਜੀ ਲੌਂਗ ਟਰਮ ਲੋਨ ਵਟਾ ਸ਼ੇਅਰ ਹੋਲਡਰ ਫੰਡ। ਇਹ ਬੇਟਾ ਜਿਹੜੀ ਰੇਸ਼ੋ ਹੁੰਦੀ ਨਾ ਸੋਲਵੈਂਸੀ ਰੇਸ਼ੋ ਹੁੰਦੀ ਆ ਇਹ ਸਾਡੇ ਫਾਈਨਾਂਸ ਨਾਲ ਰਿਲੇਟਡ ਹੁੰਦੀ ਆ, ਠੀਕ ਨਾ। ਇਹ ਕਿਸ ਵੀ ਬਿਜ਼ਨਸ ਦੀ ਨਾ ਲੌਂਗ ਪੀਰੀਅਡ ਦੀ ਫਾਈਨੈਂਸ਼ੀਅਲ ਪੋਜੀਸ਼ਨ ਦਰਸਾਉਂਦੀ ਆ ਕਿ ਵਧੀਆ ਜਾਂ ਮਾੜੀ ਆ ਜਾਂ ਮਤਲਬ ਕਹਿ ਰਹੀ ਉਹਦੀ ਕਿੱਦਾਂ ਦੀ ਕੰਡੀਸ਼ਨ ਹੈਗੀ ਆ, ਠੀਕ ਹੈ ਨਾ। ਤੇ ਬੇਟਾ ਇਹਦੇ ਵਿੱਚ ਜਿਹੜਾ ਲੌਂਗ ਟਰਮ ਲੋਨ ਆ ਸਾਡਾ ਲੌਂਗ ਟਰਮ ਲੋਨ ਵੀ ਕਹਿ ਸਕਦੇ, ਲੌਂਗ ਟਰਮ ਬੋਰੋਇੰਗ ਵੀ ਕਹਿ ਸਕਦੇ ਤੁਸੀਂ ਇਹਨੂੰ, ਠੀਕ ਹੈ ਨੀ। ਮਤਲਬ ਜਿਹੜੇ ਲੌਂਗ ਟਰਮ ਦੇ ਉਧਾਰ ਹੁੰਦੇ ਆ, ਠੀਕ ਹੈ ਨਾ। ਜਾਂ ਫਿਰ ਲੌਂਗ ਟਰਮ ਡੈਬਿਟ ਵੀ ਕਹਿ ਸਕਦੇ ਆ ਆਪਾਂ, ਲੌਂਗ ਟਰਮ ਡੈਬਿਟ, ਠੀਕ ਆ, ਇਹ ਵੀ ਕਹਿ ਸਕਦੇ ਆ। ਇਹਨਾਂ ਵਿੱਚ ਬੇਟਾ ਕੀ ਕੀ ਆ ਜਾਂਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਿਹੜਾ ਲੋਨ ਲਿਆ ਆ, ਜਿੱਦਾਂ ਬੈਂਕ ਤੋਂ ਲੋਨ ਲਿਆ ਹੈ ਲੌਂਗ ਟਰਮ ਲਈ, ਠੀਕ ਨਾ, ਡਿਵੈਂਚਰ, ਠੀਕ ਨਾ, ਜਾਂ ਫਿਰ ਕਿਹਾ ਜੀ ਲੌਂਗ ਟਰਮ ਬੋਰੋਇੰਗ, ਇਹ ਇਹਦੇ ਵਿੱਚ ਆਉਂਦੇ ਜੀ ਤਿੰਨੇ ਚੀਜ਼ਾਂ। ਦੂਜੇ ਨੰਬਰ ਤੇ ਹੈਗਾ ਸਾਡੇ ਕੋਲ ਕਿਆ ਹੈ ਜੀ ਸ਼ੇਅਰ ਹੋਲਡਰ ਫੰਡ, ਠੀਕ ਹੈ ਨਾ। ਇਕੁਇਟੀ ਫੰਡ ਵੀ ਕਹਿੰਦੇ ਸ਼ੇਅਰ। ਇਹਦੇ ਵਿੱਚ ਬੇਟਾ ਜਿੰਨਾ ਵੀ ਤੁਹਾਡਾ ਕੀ ਲਿਖਿਆ ਹੋਊਗਾ ਜੀ ਸ਼ੇਅਰ, ਠੀਕ ਹੈ ਜੀ। ਉਸ ਤੋਂ ਬਾਅਦ ਜੀ ਸਿਕਿਉਰਿਟੀ ਪ੍ਰੀਮੀਅਮ, ਚਾਹੇ ਪ੍ਰੈਫਰੈਂਸ ਸ਼ੇਅਰ ਆ ਚਾਹੇ ਇਕੁਇਟੀ ਸ਼ੇਅਰ ਕੈਪੀਟਲ ਆ ਜੋ ਵੀ ਹੈ ਜੀ, ਠੀਕ ਹੈ ਜੀ। ਸਿਕਿਉਰਿਟੀ ਪ੍ਰੀਮੀਅਮ ਆ, ਠੀਕ ਹੈ ਜੀ। ਜਾਂ ਫਿਰ ਕਿਆ ਜੀ ਸਰਪਲਸ ਆ, ਠੀਕ ਹੈ ਜੀ। ਜਾਂ ਫਿਰ ਕਿਆ ਜੀ ਪ੍ਰੋਫਿਟ ਐਂਡ ਲੋਸ ਅਕਾਊਂਟ ਆ, ਜਨਰਲ ਰਿਜ਼ਰਵ ਆ, ਠੀਕ ਹੈ ਜੀ। ਔਰ ਲੈਸ ਬੇਟਾ ਜਿਹਦੇ ਵਿੱਚ ਹੈਗਾ ਹੈ ਜੀ ਪ੍ਰੀਲਿਮਿਨਰੀ ਐਕਸਪੈਂਸਿਸ ਆ ਉਹ ਅਸੀਂ ਲੈਸ ਕਰਨੀ ਆ। ਜਿਹੜੀਆਂ ਪ੍ਰੀਲਿਮਿਨਰੀ ਐਕਸਪੈਂਸਿਸ ਆ ਉਹ ਅਸੀਂ ਕੀ ਕਰੀ ਦੀਆਂ ਹੁੰਦੀਆਂ ਜੀ ਇਹਨਾਂ ਵਿੱਚ ਐਡ ਕਰਕੇ ਲੈਸ ਕਰੀ ਦੀ ਹੁੰਦੀਆਂ ਜੇ ਸਾਨੂੰ ਪ੍ਰੀਲਿਮਿਨਰੀ ਐਕਸਪੈਂਡੀਚਰ ਦਿੱਤਾ ਹੈ, ਠੀਕ ਹੈ ਨਾ ਜੀ। ਇਸੇ ਤਰ੍ਹਾਂ ਬਸ ਇਹਦਾ ਬਾਕੀ ਕੱਢ ਦੇਣਾ ਬੇਟਾ, ਠੀਕ ਹੈ ਨਾ। ਜਿੱਦਾਂ ਹੁਣ ਸਾਡੇ ਕੋਲ ਇੱਥੇ ਦੇਖੋ ਜੀ ਕੁਐਸਚਨ, ਠੀਕ ਹੈ ਨਾ। ਅਸੀਂ ਕੀ ਕਰਨਾ ਜੀ ਲੌਂਗ ਮਤਲਬ ਡੈਬਿਟ ਇਕੁਇਟੀ ਰੇਸ਼ੋ ਪਤਾ ਕਰਨਾ ਇਹਦੇ ਵਿੱਚ, ਠੀਕ ਹੈ ਨਾ। ਚਾਹੇ ਪਹਿਲਾ ਕੁਐਸਚਨ ਦੇਖ ਲਓ ਚਾਹੇ ਆਹ ਵਾਲਾ, ਠੀਕ ਹੈ ਨਾ। ਪਹਿਲਾਂ ਦੇਖੋ ਜਿੱਦਾਂ ਇਹਦੇ ਵਿੱਚ ਕੁਐਸਚਨ ਕੀ ਹੈ ਜੀ ਸਾਡੇ ਕੋਲ। ਹਾਂ ਬੇਟਾ ਜਿੱਦਾਂ ਇਹਦੇ ਵਿੱਚ ਕਹਿੰਦਾ ਕੀ ਕਹਿੰਦਾ ਜੀ ਫਰੋਮ ਦੀ ਫੋਲੋਇੰਗ ਇਨਫੋਰਮੇਸ਼ਨ, ਠੀਕ ਹੈ ਜੀ ਕੈਲਕੂਲੇਟ ਦੀ ਡੈਬਿਟ ਇਕੁਇਟੀ ਰੇਸ਼ੋ, ਠੀਕ ਹੈ ਨਾ, ਐਂਡ ਕਰੰਟ ਰੇਸ਼ੋ। ਕਰੰਟ ਰੇਸ਼ੋ ਤੁਹਾਨੂੰ ਕੱਢਣੀ ਆਉਂਦੀ ਹੈ, ਮੈਂ ਡੈਬਿਟ ਇਕੁਇਟੀ ਰੇਸ਼ੋ ਕੱਢਣੀ ਦੱਸਣੀ ਸਿਰਫ ਤੁਹਾਨੂੰ, ਠੀਕ ਹੈ ਨਾ। ਡੈਬਿਟ ਇਕੁਇਟੀ ਰੇਸ਼ੋ ਦਾ ਕੀ ਫਾਰਮੂਲਾ ਹੈ ਜੀ ਡੈਬਿਟ ਇਕੁਇਟੀ ਰੇਸ਼ੋ ਕੀ ਹੈ ਜੀ ਲੌਂਗ ਟਰਮ ਲੋਨ ਬਟਾ ਸ਼ੇਅਰ ਹੋਲਡਰ ਫੰਡ, ਠੀਕ ਨਾ। ਜਿੱਦਾਂ ਹੁਣ ਪਹਿਲੇ ਨੰਬਰ ਤੇ ਦੇਖੋ ਲੌਂਗ ਟਰਮ ਲੋਨ ਦੇ ਵਿੱਚ ਸਾਡੇ ਕੋਲ ਕੀ ਆਣਾ ਜੀ ਲੌਂਗ ਟਰਮ ਲੋਨ ਕੀ ਆਣਾ ਜੀ ਦੇਖੋ ਲੌਂਗ ਟਰਮ ਲੋਨ ਦੇ ਵਿੱਚ ਇਹਦੇ ਵਿੱਚ ਸਾਡੇ ਕੋਲ ਆ ਜਾਣੇ ਬੇਟਾ ਲੌਂਗ ਟਰਮ ਲੋਨ ਦੇ ਵਿੱਚ ਇੱਕ ਡਿਵੈਂਚਰ ਵਾ ਪਲੱਸ ਲੌਂਗ ਟਰਮ ਲੋਨ ਆ, ठीक है। डिवेंचर किन्ने है जी 2,75,000, ठीक है जी। उस तो बाद जी लॉन्ग टर्म लोन च किन्ना है जी 1 लाख, ये आ गया साढ़े को जोड़ के 3,75,000, कितना आ गया जी 3,75,000। हुण आ जाओ दूजे पासे जी उही शेयर होल्डर फंड, ठीक है जी। शेयर होल्डर फंड च बेटा की आना है साढ़े को शेयर होल्डर फंड दे विच आना है साढ़े को, और शेयर होल्डर फंड बेटा आप प्रोपरेटरी फंड भी कह देंगे हैं, क्या कह देंगे जी प्रोपरेटरी फंड भी कह देंगे आप, ठीक है ना। ये दसिया जी ना शेयर लिखा एक है शेयर कैपिटल साढ़े को, ठीक है जी। प्लस होर देख लो डिवेंचर हो गया डेबिटर हो गया, कुछ नहीं है जी। एक है जी जनरल रिजर्व, बस 2 चीज़ा है जी। कितना है जी साढ़े को 1,50,000 डिवाइड कितना है प्लस कितना बेटा 20,000, एक कितना आ गया जी 1,70,000, ठीक है ना। बाकी बेटा फिर वही कढ़ दो जी डेबिट
ਇਕੁਇਟੀ ਰੇਸ਼ੋ ਕਿੰਨਾ ਹੈ ਜੀ 3,75,000 ਡਿਵਾਈਡ 1,70,000 ਠੀਕ ਨਾ। ਇਹਨੂੰ ਬੇਟਾ ਡਿਵਾਈਡ ਕਰਕੇ ਦੇਖ ਲਓ ਤੁਹਾਡਾ ਇੰਨਾ ਆ ਜਾਊਗਾ 2.2:1 ਆ ਜਾਣਾ ਤੁਹਾਡਾ ਕਿੰਨਾ ਹੈ ਨਾ 2.2:1। ਇਦਾਂ ਬੇਟਾ ਅਗਲੇ ਵਿੱਚ ਆ ਡੈਬਿਟ ਇਕੁਇਟੀ ਰੇਸ਼ੋ ਕੱਢਣਾ ਆ। ਸਾਡਾ ਲੌਂਗ ਟਰਮ ਲੋਨ ਕਿਹੜਾ ਪਹਿਲਾਂ ਲੌਂਗ ਟਰਮ ਲੋਨ 'ਚ ਕੀ ਆਣਾ ਲੋਨ ਫਰੋਮ SBI ਕਿਆ ਜੀ ਲੋਨ ਫਰੋਮ SBI ਇਹ ਲੌਂਗ ਟਰਮ ਲੋਨ 'ਚ ਗੱਲ ਆ ਜਾਣਾ ਆ। ਤੇ ਸ਼ੇਅਰ ਹੋਲਡਰ ਫੰਡ 'ਚ ਕੀ ਆਣਾ ਇਕੁਇਟੀ ਸ਼ੇਅਰ ਕੈਪੀਟਲ ਪ੍ਰੈਫਰੈਂਸ ਸ਼ੇਅਰ ਕੈਪੀਟਲ ਸਿਕਿਉਰਿਟੀ ਪ੍ਰੀਮੀਅਮ ਰਿਜ਼ਰਵ ਐਂਡ ਸਰਪਲਸ ਐਡ ਕਰ ਦੇਣੇ ਆ। ਤੇ ਜਿਹੜਾ ਮਿਸਲੀਨੀਅਸ ਐਕਸਪੈਂਡੀਚਰ ਹੁੰਦੇ ਨਾ ਇਹ ਬੇਟਾ ਲੈਸ ਕਰਨੇ ਆਪਾਂ ਇਹ ਪ੍ਰੀਮਰੀ ਐਕਸਪੈਂਸਿਸ ਇਹ ਹੁੰਦੇ ਇੱਕ ਤਰ੍ਹਾਂ ਦੇ ਠੀਕ ਨਾ। ਜਿਹੜਾ ਬੇਟਾ ਆਹ ਵਾਲਾ ਕੁਐਸਚਨ ਆ ਇਹ ਸਾਡਾ ਲਿਖਿਆ ਹੀ ਆ ਸਿੱਧਾ ਉਹ ਨਹੀਂ ਡੈਬਿਟ ਇਕੁਇਟੀ ਰੇਸ਼ੋ ਪਤਾ ਕਰਨਾ ਟੋਟਲ ਐਸਟ ਦੇ ਵਿੱਚੋਂ ਜੇ ਆਪਾਂ ਲੌਂਗ ਟਰਮ ਡੈਬਿਟ ਚਾਹੀਦੀ ਹੈ ਜਾਂ ਲੌਂਗ ਟਰਮ ਲੋਨ ਚਾਹੀਦੀ ਉਹ ਕਿੱਦਾਂ ਆਉਣਾ ਜੀ ਟੋਟਲ ਡੈਬਿਟ ਦੇ ਵਿੱਚੋਂ ਕਰੰਟ ਲਾਇਬਿਲਿਟੀ ਘਟਾ ਦੇਣੀ ਆ। ਤੇ ਸ਼ੇਅਰ ਹੋਲਡਰ ਫੰਡ ਕੱਢਣ ਲਈ ਟੋਟਲ ਐਸਟ ਦੇ ਵਿੱਚੋਂ ਟੋਟਲ ਡੈਬਿਟ ਘਟਾ ਦੇਣੀ ਆ। ਤਾਂ ਜਿਹੜੇ ਲੌਂਗ ਟਰਮ ਡੈਬਿਟ ਹੋਣੇ ਬੇਟਾ ਸ਼ੇਅਰ ਹੋਲਡਰ ਫੰਡ ਲਾ ਕੇ ਤੁਹਾਡਾ ਇਹਦਾ ਆਨਸਰ ਆ ਜਾਣਾ ਠੀਕ ਹੈ ਨਾ। ਔਰ ਇਸੇ ਤਰ੍ਹਾਂ ਬੇਟਾ ਸਾਡੇ ਅਗਲੇ ਕੁਐਸਚਨ ਹੈਗੇ ਆ ਠੀਕ ਹੈ ਨਾ। ਇਹਦੇ ਵਿੱਚ ਅਸੀਂ ਕੀ ਕਰਨਾ ਜੀ ਸ਼ੇਅਰ ਹੋਲਡਰ ਫੰਡ 'ਚ ਇਕੁਇਟੀ ਸ਼ੇਅਰ ਕੈਪੀਟਲ ਜਨਰਲ ਰਿਜ਼ਰਵ ਅਕਮੂਲੇਟਿਵ ਪ੍ਰੋਫਿਟ ਇਹ ਆਣੇ ਸ਼ੇਅਰ ਹੋਲਡਰ ਫੰਡ 'ਚ। ਤੇ ਸਾਡੇ ਕੋਲ ਲੌਂਗ ਟਰਮ ਲੋਨ 'ਚ ਕੀ ਆਣੇ ਇਹ 'ਚ ਬੇਟਾ ਇਕੱਲੇ ਡਿਵੈਂਚਰ ਆਣੇ ਠੀਕ ਹੈ ਨਾ। ਕਰਕੇ ਨਾ ਮਿਸਲੀਨੀਅਸ ਐਕਸਪੈਂਡੀਚਰ ਆ ਨਾ ਸਾਡੇ ਕੋਲ ਕਿਹਾ ਜੀ ਪ੍ਰੀਮਰੀ ਐਕਸਪੈਂਸਿਸ ਦਾ ਉਹਦਾ ਆਪਾਂ ਲੈਸ ਨਹੀਂ ਕਰਨੇ। ਤੇ ਆਹ ਵਾਲੇ ਕਰੰਟ ਐਸਟ ਇਹਨਾਂ ਨੂੰ ਆਪਾਂ ਛੱਡ ਦੇਣਾ ਠੀਕ ਹੈ ਨਾ। ਔਰ ਬੇਟਾ ਆਹ ਨਹੀਂ ਕੱਟ ਕੇ ਲਿਖ ਦਿੱਤਾ ਆ ਠੀਕ ਨਾ। ਜਿੱਦਾਂ ਲੌਂਗ ਟਰਮ ਲੋਨ ਤੁਹਾਡਾ ਕਿੰਨਾ ਆਣਾ ਜੀ 75,000 ਠੀਕ ਹੈ ਨਾ। ਉਹ ਥੱਲੇ ਕਿੰਨਾ ਆ ਜਾਊਗਾ ਜੀ 1 ਲੱਖ ਇਹ ਨਹੀਂ ਮਤਲਬ ਸਮਥਿੰਗ ਜਿੰਨਾ ਕਰ ਲਓ ਕਿੰਨਾ ਆਉਂਦਾ ਇਹ ਸਾਡੇ ਕੋਲ ਬਣਦਾ ਆ ਇਹ ਸ਼ੇਅਰ ਕੈਪੀਟਲ ਦਾ 1 ਲੱਖ ਆਹ ਆ 45,000 ਆਹ ਆ ਤੇ ਆਹ ਆ ਕਿੰਨਾ ਜੀ 1,75,000 ਹੈ ਨਾ। ਉਹਨੇ ਕੱਟ ਕੇ ਲਿਖ ਦਿੱਤਾ ਕਿੰਨਾ ਜੀ 25 30 75 25 7 150 3.7 ਇਦਾਂ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ। 3 ਨੂੰ 4 ਨਾਲ ਡਿਵਾਈਡ ਕਰਕੇ ਦੇਖ ਲਓ ਤਾਂ ਵੀ ਉਹਨਾਂ ਆਨਸਰ ਆਣਾ ਜਿੰਨਾ 75,000 ਨੂੰ 175 1,75,000 ਨਾਲ ਡਿਵਾਈਡ ਕਰਕੇ ਠੀਕ ਨਾ। ਆਹ ਵਾਲਾ ਬੜਾ ਇਨਕਰੀਜ਼ ਡਿਕਰੀਜ਼ ਤੁਸੀਂ ਆਪ ਦੇਖ ਸਕਦੇ ਹੋ ਕਿ ਜੇ ਉੱਪਰਲਾ ਘਟਦਾ ਹੈ ਤਾਂ ਰੇਸ਼ੋ ਘਟਣਾ ਹੈ ਥੱਲੜਾ ਵੱਧਦਾ ਹੈ ਤਾਂ ਵਧਣਾ ਹੈ ਠੀਕ ਹੈ ਨਾ। ਉਹ ਤੋਂ ਅੱਗੇ ਬੇਟਾ ਆ ਵੀ ਇਹਦੇ ਨਾਲ ਦੇ ਕੁਐਸਚਨ ਆ ਤੁਹਾਡੇ ਠੀਕ ਹੈ ਨਾ। ਉਸ ਤੋਂ ਬਾਅਦ ਜੀ ਡੈਬਿਟ ਇਕੁਇਟੀ ਇੱਕ ਵਿੱਚ ਇਹਦੀ ਫੋਲੋਇੰਗ ਬੇਟਾ ਉਹੀ ਹੈ ਤੁਸੀਂ ਦੱਸਣਾ ਹੈ ਕਿ ਮਤਲਬ ਇਨਕਰੀਜ਼ ਹੋ ਰਿਹਾ ਹੈ ਕਿ ਡਿਕਰੀਜ਼ ਠੀਕ ਹੈ ਨਾ। ਜਿੱਦਾਂ ਸਾਡੇ ਕੋਲ ਆਹ ਵਾਲਾ ਕੁਐਸਚਨ ਆ ਠੀਕ ਨਾ ਇਹਦੇ ਵਿੱਚ ਆਪਾਂ ਕਹਿੰਦੇ ਨੈਟ ਪ੍ਰੋਫਿਟ ਡਿਸਟ੍ਰੀਬਿਊਸ਼ਨ ਡਿਵੀਡੈਂਡ ਕੈਲਕੂਲੇਟ ਦੀ ਟੋਟਲ ਐਸਟ ਟੂ ਟੋਟਲ ਡੈਬਿਟ ਰੇਸ਼ੋ ਕਿਆ ਜੀ ਟੋਟਲ ਐਸਟ ਟੂ ਟੋਟਲ ਡੈਬਿਟ ਰੇਸ਼ੋ। ਇਹਦੇ ਵਿੱਚ ਬੇਟਾ ਅਸੀਂ ਕੀ ਕਰਨਾ ਟੋਟਲ ਐਸਟ ਲੈ ਲੈਣੇ ਆ ਕਿਆ ਜੀ ਟੋਟਲ ਐਸਟ ਟੂ ਟੋਟਲ ਡੈਬਿਟ ਰੇਸ਼ੋ ਆ ਨਾ ਬੇਟਾ। ਜਿੱਦਾਂ ਅਸੀਂ ਇਹਦੇ ਵਿੱਚ ਰੇਸ਼ੋ ਸਾਨੂੰ ਪੁੱਛਿਆ ਨੇ ਟੋਟਲ ਐਸਟ ਟੂ ਲੌਂਗ ਟਰਮ ਡੈਬਿਟ ਰੇਸ਼ੋ ਠੀਕ ਹੈ ਨਾ। ਹੁਣ ਸਾਡੇ ਕੋਲ ਟੋਟਲ ਐਸਟ ਕਿੰਨੇ ਆ ਜਿਹੜੇ ਐਸਟ ਸਾਈਡ ਦਾ ਜੋੜ ਆ ਠੀਕ ਹੈ ਨਾ। ਕਿੰਨਾ ਹੈ ਜੀ ਐਸਟ ਸਾਈਡ ਦਾ ਜੋੜ ਕਿੰਨਾ ਹੈਗਾ 3,50,000 ਠੀਕ ਹੈ ਨਾ। ਕਿੰਨਾ ਜੀ 3,50,000 ਬੇਟਾ ਗਲਤ ਲਿਖ ਹੋ ਗਿਆ 3,50,000 ਦਾ ਟੋਟਲ ਇਹਦਾ ਠੀਕ ਨਾ। ਤੇ ਬਸ ਉਹੀ ਆ ਜੀ ਟੋਟਲ ਐਸਟਸ ਲਿਖ ਦੇਣੇ 3,50,000 ਔਰ ਵਟਾ ਕੀ ਕਰਨਾ ਹੈਗਾ ਜੀ ਸਾਡੇ ਕੋਲ ਜਿਹੜੇ ਲੌਂਗ ਟਰਮ ਲੋਨ ਇਕੱਲੇ ਡਿਵੈਂਚਰ ਆ ਕਿੰਨੇ ਜੀ 1 ਲੱਖ ਬਟਾ ਇਹੀ ਲਾ ਦੇਣਾ ਆ ਉਹ ਸੋਲਵ ਕਰਕੇ ਆਣਾ 3.5:1 ਆ ਜਾਣਾ ਠੀਕ ਨਾ। ਇਹ ਬੇਟਾ ਸੀਗਾ ਕੋਈ ਵੀ ਤੁਸੀਂ ਅੱਗੇ ਕਰਨਾ ਹੈ ਨਾ ਟੋਟਲ ਐਸਟ ਟੂ ਡੈਬਿਟ ਰੇਸ਼ੋ ਜਾਨੀ ਕਿ ਟੋਟਲ ਐਸਟ ਬਟਾ ਗਿਆ ਜੀ ਲੌਂਗ ਟਰਮ ਲੋਨ ਠੀਕ ਨਾ। ਇਹ ਤਰ੍ਹਾਂ ਵਿੱਚ ਤਾਂ ਤੁਹਾਡਾ ਸਵਾਲ ਇਹ ਹੋ ਜਾਣੇ ਅੱਗੇ। ਹੁਣ ਅਗਲਾ ਰੇਸ਼ੋ ਹੈਗਾ ਆਪਾਂ ਪ੍ਰੋਪਰੇਟਰੀ ਰੇਸ਼ੋ ਕਰਨਾ। ਪ੍ਰੋਪਰੇਟਰੀ ਰੇਸ਼ੋ ਵਿੱਚ ਬੇਟਾ ਸਾਡੇ ਕੋਲ ਫਾਰਮੂਲਾ ਆ ਜਾਂਦਾ ਹੈਗਾ ਸ਼ੇਅਰ ਹੋਲਡਰ ਫੰਡ ਬਟਾ ਟੋਟਲ ਐਸਟਸ ਠੀਕ ਹੈ ਨਾ। ਸ਼ੇਅਰ ਹੋਲਡਰ ਫੰਡ ਪਤਾ ਹੈ ਤੁਸੀਂ ਕਿੱਦਾਂ ਪਹਿਲਾਂ ਕੱਢੇ ਆ ਠੀਕ ਹੈ ਨਾ। ਉਸੇ ਤਰ੍ਹਾਂ ਅਸੀਂ ਕੀ ਕਰ ਦਿੰਦੇ ਜੀ ਟੋਟਲ ਐਸਟਸ ਜਿੱਦਾਂ ਹੁਣ ਸਾਡੇ ਕੋਲ ਆਹੀ ਕੁਐਸਚਨ ਆ ਕੀ ਹੈ ਜੀ ਇਹਦੇ ਵਿੱਚ ਕਹਿੰਦਾ ਫਰੋਮ ਦੀ ਫੋਲੋਇੰਗ ਗਿਵਨ ਬਿਲੋ ਕੈਲਕੂਲੇਟ ਦੀ ਪ੍ਰੋਪਰੇਟਰੀ ਰੇਸ਼ੋ ਆ ਠੀਕ ਹੈ ਨਾ। ਪ੍ਰੋਪਰੇਟਰੀ ਰੇਸ਼ੋ ਕੀ ਲੈਣਾ ਪਹਿਲਾਂ ਆਪਾਂ ਲੈਣਾ ਹੈ ਸਾਨੂੰ ਕੀ ਚਾਹੀਦਾ ਸ਼ੇਅਰ ਹੋਲਡਰ ਫੰਡ। ਸ਼ੇਅਰ ਹੋਲਡਰ ਫੰਡ ਸਾਡੇ ਕੀ ਆ ਜਾਣਾ ਇਹਦੇ ਵਿੱਚੋਂ ਸ਼ੇਅਰ ਹੋਲਡਰ ਫੰਡ ਦੇ ਵਿੱਚ ਆ ਜਾਣਾ ਹੈਗਾ ਬੇਟਾ ਸਾਡੇ ਕੋਲ ਕੀ ਹੈ ਜੀ ਪ੍ਰੈਫਰੈਂਸ ਸ਼ੇਅਰ ਕੈਪੀਟਲ ਪਲੱਸ ਇਕੁਇਟੀ ਸ਼ੇਅਰ ਕੈਪੀਟਲ ਠੀਕ ਹੈ ਜੀ ਪਲੱਸ ਰਿਜ਼ਰਵ ਐਂਡ ਸਰਪਲਸ ਠੀਕ ਆ। 3 ਚੀਜ਼ਾਂ ਹੈਗੀਆਂ ਜਿਹੜੀ ਸ਼ੇਅਰ ਹੋਲਡਰ ਫੰਡ ਦੇ ਵਿੱਚ ਆਉਣੀਆਂ ਜਿਹੜੀ ਸ਼ੇਅਰ ਨਾਲ ਰਿਲੇਟਡ ਆ। ਕਿੰਨੀ ਅਮਾਊਂਟ ਇਹਨਾਂ ਦੀ ਜਿੱਦਾਂ 1 ਲੱਖ ਪਲੱਸ 2 ਲੱਖ ਪਲੱਸ ਕਿੰਨਾ ਹੈ ਜੀ 50,000 ਠੀਕ ਹੈ। ਇਹ ਕਿੰਨਾ ਬਣ ਗਿਆ ਜੀ 3,50,000। ਇਸੇ ਤਰ੍ਹਾਂ ਟੋਟਲ ਐਸਟ ਜਿਹੜਾ ਐਸਟ ਸਾਈਡ ਦਾ ਜੋੜ ਆ ਕਿੰਨਾ ਹੈ ਜੀ 5 ਲੱਖ। ਟੋਟਲ ਐਸਟ ਕੀ ਆ ਜਾਣੇ ਸਾਡੇ ਕੋਲ ਜੀ ਜਿਹੜਾ ਐਸਟ ਸਾਈਡ ਦਾ ਜੋੜ ਆ ਟੋਟਲ
एसेट्स कितना है जी 5 लाख। ठीक है, बाकी कट देना बेटा आपा। क्या है जी प्रोपरेटरी रेशो, वो कितना आना जी शेयर होल्डर फंड 3,50,000 बटा कितना है जी 5 लाख। ठीक है, अच्छा जी नो कट हो गई 7 5 35 10 5 50। तो बेटा इन्हें कितना लिखा है 7 10 का रेशो लिखा है। तुम इन्हों डिवाइड करके किन्ने का जी 7 पॉइंट इन्ने का भी लिख सकते हैं। ठीक है, ये वाले बेटा जो प्रोपरेटरी रेशो के सवाल थोड़े सारे ये नाल दे ही अगले आ वाले प्रोपरेटरी रेशो के। ठीक है ना, ਜਿਹੜੇ ਆਹ ਵਾਲੇ ਸਵਾਲ ਆ ਇਹਨਾਂ ਵਿੱਚ ਵੀ ਤੁਸੀਂ ਪ੍ਰੋਪਰੇਟਰੀ ਰੇਸ਼ੋ ਕਰਨਾ ਹੈਗਾ। ਠੀਕ ਨਾ, ਜਿੱਦਾਂ ਬੇਟਾ ਸਾਡੇ ਕੋਲ ਆਹ ਵਾਲਾ ਸਵਾਲ ਹੈਗਾ, ਇਹਦੇ ਵਿੱਚ ਪ੍ਰੋਪਰੇਟਰੀ ਰੇਸ਼ੋ ਤੁਹਾਨੂੰ ਕਿਹਾ ਜੀ ਸ਼ੇਅਰ ਹੋਲਡਰ ਫੰਡ ਕੀ ਆ ਜਾਣਾ ਜੀ ਸ਼ੇਅਰ ਕੈਪੀਟਲ, ਪ੍ਰੈਫਰੈਂਸ ਸ਼ੇਅਰ ਕੈਪੀਟਲ, ਰਿਜ਼ਰਵ ਐਂਡ ਸਰਪਲਸ। ਇਹਦਾ ਜੋੜ ਕੇ ਤੁਹਾਡਾ ਕੀ ਆ ਜਾਣਾ ਜੀ ਸ਼ੇਅਰ ਹੋਲਡਰ ਫੰਡ ਆ ਜਾਣਾ। ਹੁਣ ਟੋਟਲ ਐਸਟ ਤੁਹਾਨੂੰ ਥੱਲੇ ਦਿੱਤਾ ਹੀ ਆ ਨਹੀਂ। ਠੀਕ ਨਾ, ਟੋਟਲ ਐਸਟ ਕਿਹਾ ਜੀ ਦਿੱਤਾ ਆ। ਜਿੱਦਾਂ ਹੁਣ ਮੰਨ ਲਓ ਜੇ ਤੁਹਾਨੂੰ ਟੋਟਲ ਐਸਟ ਨਾ ਦਿੱਤਾ ਹੋਵੇ ਤੁਸੀਂ ਫਾਈਂਡ ਕਰ ਲੈਣਾ ਹੋ, ਜਿੱਦਾਂ ਹੀ ਪਤਾ ਕਰਨਾ ਹੋ। ठीक है ना, ये बेटा सीगा साडा प्रोपरेटरी रेशो। ठीक है ना, हुण इस तो अगे आना हैगा साडे कोल एक्टिविटी रेशो। किहड़ा है जी एक्टिविटी रेशो। ठीक है ना, एक्टिविटी रेशो दे विच साडे कोल बेटा 3 रेशो हुंदी है। किहड़ा है जी एक्टिविटी रेशो दे विच साडे कोल 3 रेशो हुंदी है। ठीक है ना, ਕਿਹੜਾ ਕਿਹੜਾ ਜੀ ਪਹਿਲੇ ਨੰਬਰ ਤੇ ਆ ਜਾਂਦਾ ਹੈਗਾ ਆਪਾਂ ਉਹਨੂੰ ਕਹਿ ਦਿੰਦੇ ਆ ਜੀ ਸਟਾਕ ਜਾਂ ਫਿਰ ਇਨਵੈਂਟਰੀ ਟਰਨਓਵਰ ਰੇਸ਼ੋ। ਦੂਜੇ ਨੰਬਰ ਤੇ ਅਕਾਊਂਟ ਰਿਸੀਵੇਬਲ ਜਾਂ ਫਿਰ ਕਿਆ ਜੀ ਡੈਪਟਰਸ ਟਰਨਓਵਰ रेशो। तीजे नंबर ते अकाउंट पेबल या फिर क्या जी क्रेडिटर्स टर्न ओवर रेशो। ठीक है जी, पहले नंबर ते करना हैगा आपां इन्वेंटरी टर्न ओवर रेशो। किहड़ा करना हैगा जी इन्वेंटरी टर्नओवर रेशो। ठीक है, ਇਹਦਾ ਫਾਰਮੂਲਾ ਹੁੰਦਾ ਬੇਟਾ ਸਾਡੇ ਕੋਲ ਕੋਸਟ ਆਫ ਰੈਵਨਿਊ ਫਰੋਮ ਆਪਰੇਸ਼ਨ, ਔਰ ਇਹਨੂੰ ਹੀ ਅਸੀਂ ਕਹਿ ਦਿੰਦੇ ਹਾਂ ਕੋਸਟ ਆਫ ਰੈਵਨਿਊ ਫਰੋਮ ਆਪਰੇਸ਼ਨ ਨੂੰ ਕਿਹਾ ਹੈ ਜੀ ਕੋਸਟ ਆਫ ਗੁੱਡਸ ਸੋਲਡ। ਇੱਕੋ ਚੀਜ਼ ਹੈ ਜੀ ਕੋਸਟ ਆਫ ਰੈਵਨਿਊ ਫਰੋਮ ਆਪਰੇਸ਼ਨ ਜਾਂ ਫਿਰ ਜੀ ਕੋਸਟ ਆਫ ਗੁੱਡਸ ਸੋਲਡ। ਠੀਕ ਆ, ਔਰ ਇਹਦਾ ਆਪਾਂ ਬਟਾ ਬੇਟਾ ਕੀ ਲਾਣਾ ਆ ਬਟਾ ਨਹੀਂ ਹੈਗਾ ਉੱਧਰ ਲਿਖਿਆ ਮੈਂ ਔਰ ਇਹਨੂੰ ਵੀ ਆਪਾਂ ਕਹਿੰਦੇ ਆ ਕਿ ਜੀ ਕੋਸਟ ਆਫ ਗੁੱਡਸ ਸੋਲਡ। ਇਹਦਾ ਬਟਾ ਲਾਣਾ ਹੈਗਾ ਆਪਾਂ ਐਵਰੇਜ ਇਨਵੈਂਟਰੀ। ਕੀ ਲਾਣੀ ਹੈ ਜੀ ਐਵਰੇਜ ਇਨਵੈਂਟਰੀ। ਠੀਕ ਹੈ ਜੀ, ਹੁਣ ਦੇਖ ਲਓ ਜੀ ਇਹਨਾਂ ਦੇ ਫਾਰਮੂਲੇ ਦੇਖ ਲਓ ਦੋ। ठीक है, देखो बेटा पहले नंबर ते चाहिए सानू कोस्ट ऑफ रेवन्यू फ्रॉम ऑपरेशन। ठीक है, या फिर कोस्ट ऑफ गुड्स सोल्ड इक्को गल आ। ठीक है ना, मैं दोबारा एक बार लिख दिना है चाहे क्या जी कोस्ट ऑफ गुड्स सोल्ड या फिर कोस्ट ऑफ रेवन्यू फ्रॉम ऑपरेशन। क्या है जी कोस्ट ऑफ रेवन्यू फ्रॉम ऑपरेशन या फिर कोस्ट ऑफ गुड्स सोल्ड। ठीक है जी, दोने मतलब क्या है जी इक्को चीज़ आ। ਇਹਦਾ ਫਾਰਮੂਲਾ ਹੁੰਦਾ ਹੈਗਾ ਬੇਟਾ ਇੱਕ ਤਾਂ ਸਾਡੇ ਦੋ ਫਾਰਮੂਲੇ ਆ ਇਹਦੇ। ਇੱਕ ਹੁੰਦਾ ਹੈਗਾ ਆ ਓਪਨਿੰਗ ਸਟਾਕ ਜਾਂ ਇਨਵੈਂਟਰੀ। ਇੱਕੋ ਗੱਲ ਆ ਸਟਾਕ ਇਨਵੈਂਟਰੀ ਚ ਮੈਂ ਪਹਿਲਾਂ ਦੱਸ ਦਿੱਤਾ। ਐਡ ਨੈਟ परचेज, एड डायरेक्ट एक्सपेंसेस। ठीक है जी, और लेस क्लोजिंग स्टॉक। डायरेक्ट एक्सपेंसिस हैगियां तां पा देणियां, नहीं हैगियां तां ना सही। ठीक है, ते दूजा फार्मूला हुंदा बेटा इहदे विच नैट सेल दे विचों
ਅਸੀਂ ਗ੍ਰੋਸ ਪ੍ਰੋਫਿਟ ਲੈਸ ਕਰਤਾ। ਦੂਜਾ ਫਾਰਮੂਲਾ ਇਹਦਾ ਹੁੰਦਾ ਕੋਸਟ ਆਫ ਰੈਵਨਿਊ ਆਪਰੇਸ਼ਨ ਦਾ। ਠੀਕ ਹੈ ਜੀ। ਤੇ ਸਾਨੂੰ ਦੂਜੇ ਨੰਬਰ ਤੇ ਚਾਹੀਦਾ ਹੈਗਾ ਜੀ ਐਵਰੇਜ ਇਨਵੈਂਟਰੀ ਜਾਂ ਐਵਰੇਜ ਸਟਾਕ। ਠੀਕ ਹੈ ਜੀ। ਇਹਦਾ ਫਾਰਮੂਲਾ ਹੁੰਦਾ ਹੈਗਾ ਬੇਟਾ ਸਾਡੇ ਕੋਲ ਓਪਨਿੰਗ ਸਟਾਕ प्लस क्लोजिंग स्टॉक डिवाइड 2। क्या जी? ओपनिंग स्टॉक प्लस क्लोजिंग स्टॉक डिवाइड 2। ठीक है ना? ओपनिंग स्टॉक प्लस क्लोजिंग स्टॉक डिवाइड 2। ठीक ना? जिदा बेटा हम मैं एक दो क्वेश्चन ये कर दिंदा साडे कोल। ठीक ना जी? जिदा हम साडे कोल एक आ क्वेश्चन ही है, देखो क्या कहता जी, कहता साढ़े को ओपनिंग क्लोजिंग स्टॉक ते कोस्ट ऑफ गुड्स, ये जो सिंपल असीं आपे कर सकते हो। ठीक ना? हुण साढ़े को क्वेश्चन हैगा जी आ वाला, जिहदा देख लो किहड़ा है जी, आ मैं करदा 30 क्वेश्चन। की कहता जी, कहता कैलकुलेट दी स्टॉक टर्नओवर रेशो, डाटा दिता है, ओपनिंग स्टॉक क्लोजिंग स्टॉक परचेज दिता है, सेल दिता है, सेल टर्न दिता है। ठीक ना? सानू सेल टर्न कोई लेना देना नहीं हैगा। ठीक ना? सब तो पहले आपां लिखना हैगा स्टॉक टर्नओवर, जिहड़ी चीज़ चाहिए दा फार्मूला लिखना पहला। की चाहिए सानू? स्टॉक टर्नओवर रेशो। बेटा मैं तेन पहले कहता मैं स्टॉक नूं इन्वेंटरी भी कह सकते हैं। इन्वेंटरी स्टॉक इक्को गल हुंदी है। इहदा फार्मूला की हुंदा है जी? ओही जी, कोस्ट ऑफ गुड्स सोल्ड बटा एवरेज स्टॉक बटा क्या जी? एवरेज स्टॉक। हुण कड्डो जी, कोस्ट ऑफ गुड्स सोल्ड कितना आना जी? ओपनिंग स्टॉक प्लस नैट परचेज लैस क्लोजिंग स्टॉक करके डायरैक्ट एक्सपेंसिस है नहीं गया। ओपनिंग साढ़े कोल कितनियां हैगियां जी? देखो जी, ओपनिंग है साड़ियां, ओपनिंग स्टॉक है 76,250, 76,250 प्लस परचेज, कली परचेज है तो यही नैट परचेज है कितना जी? 3,22,250। ठीक ना? तो क्लोजिंग स्टॉक कितना जी? लैस 98,500। ठीक है ना? असी की करना जी, इस चीज़ को सोल्व कर देना। हुण देखो जी कितना आंदा है जी, ये सोल्व करके आ जाना बेटा साडे कोल 3 लाख जी। ठीक है ना? आई है जी 22,250 ਦੇ जोड़ दो कितना 98,500, 98,500 घटा के बाकी 3 लाख आ जाना। हुण असीं अगे की करना जी? एवरेज इन्वेंटरी, एवरेज इन्वेंटरी वो किहड़ा जी? ओपनिंग स्टॉक प्लस क्लोजिंग स्टॉक बटा कितना जी? 2। ओपनिंग हैगा 76,250, क्लोजिंग हैगा 98,500 बटा कितना जी? 2। ये कितना बन जाना जी? 1,74,750 बटा 2। ये आ जाना हैगा बराबर साडे कोल 87,375, 87,375। ठीक है ना? हुण फिर कट दो जी, किहड़ा जी? स्टॉक टर्नओवर रेशो, ये हैगा साडे कोल जी 3 लाख बटा जी 87,375। ठीक है ना? इन्हां डिवाइड कर दो बेटा, साडे कोल आंसर आ जाना कितना जी? 3.43। कितना आना जी? 3.43 अनुपात 1 आ जाना। ठीक है? ये सीगा बेटा साडे कोल काहदा जी? स्टॉक टर्नओवर रेशो का, जे मतलब सिंपल दिता है। ठीक ना? हुण मान लिया एक टिपिकल क्वेश्चन भी कर दिंदा जिहड़ा इहदे विच हैगा आ, जिद्दां हुण बेटा साडे कोल आ जी देखो, आ वाले क्वेश्चन च की है। ठीक है ना? इहदे विच की है जी साडे कोल जिहड़ा आह क्वेश्चन दिता आ, इह च की दिता सानूं नहीं? ट्रेडिंग अकाउंट दिता आ, ओपनिंग स्टॉक क्लोजिंग स्टॉक है, दोनों ने एवरेज कढ़ लेना आपां। ठीक ना? कोस्ट ऑफ गुड्स सोल्ड कितना है? सीधा कर दो जी, सेल हैगी 4 लाख, 4 लाख चो ग्रोस प्रॉफिट जिहड़ा 1 लाख आ, ये घटा दो, सीधा कोस्ट ऑफ गुड्स सोल्ड आ जाना। तुसीं तां फार्मूला ला देना अगे। ठीक है ना? जिद्दां हुण आ अगला है बेटा 42वां क्वेश्चन देखो तुहाडे कोल किहड़ा है जी? 42वां क्वेश्चन आ जिहड़ा एंड विच। ठीक है ना? की कहंदा है जी ओह? देखो कहंदा पिया ओपनिंग स्टॉक हैगा 58,000, परचेज आया, सेल आया, तो ग्रोस प्रॉफिट ऑन सेल दिता है। असी इहदा स्टॉक टर्नओवर, देखो बेटा
ਪਹਿਲਾਂ ਸਾਨੂੰ ਓਪਨਿੰਗ ਕਲੋजिंग ਸਟਾਕ ਚਾਹੀਦੀ ਆ। ਓਪਨਿੰਗ ਹੈਗਾ, ਕਲੋजिंग ਹੈ ਨਹੀਂਗਾ, ਠੀਕ ਨਾ। ਕਲੋजिंग ਸਟਾਕ ਸਾਨੂੰ ਕਿੱਥੋਂ ਮਿਲ ਸਕਦਾ ਆ? ਇਸ ਜਗ੍ਹਾ ਤੋਂ, ਕੋਸਟ ਆਫ ਗੁੱਡ ਸੋਲਡ ਤੋਂ। ਇਹਦਾ ਫਾਰਮੂਲਾ ਕਰਕੇ ਕੀ ਹੁੰਦਾ? ਓਪਨਿੰਗ ਸਟਾਕ ਪਲੱਸ ਪਰਚੇਜ਼ ਲੈਸ ਕਲੋजिंग ਸਟਾਕ। ਦੇਖੋ ਸਾਡੇ ਕੋਲ ਪਰਚੇਜ ਹੈਗਾ ਆ, ਓਪਨਿੰਗ ਸਟਾਕ ਹੈਗਾ ਆ। ਜੇ ਆਹ ਚੀਜ਼ ਪਤਾ ਹੋਵੇ ਆਪਾਂ ਕੀ ਕੱਢ ਸਕਦੇ ਹਾਂ? ਨਹੀਂ, ਕਲੋजिंग ਸਟਾਕ ਕੱਢ ਸਕਦੇ ਆ, ਠੀਕ ਨਾ। ਹੁਣ ਆਪਾਂ ਕੋਸਟ ਆਫ ਗੁੱਡ ਸੋਲਡ ਦਾ ਆਹ ਵਾਲਾ ਫਾਰਮੂਲਾ ਲਾ ਨਹੀਂ ਸਕਦੇ ਕਰਕੇ ਸਾਡੇ ਕੋਲ ਕਲੋजिंग ਸਟਾਕ ਹੈ ਨਹੀਂਗਾ। ਅਸੀਂ ਕੀ ਕਰਨਾ ਜੀ? ਕੋਸਟ ਆਫ ਗੁੱਡ ਸੋਲਡ ਦਾ ਆਹ ਵਾਲਾ ਫਾਰਮੂਲਾ ਲਾਣਾ। ਕਿਹੜਾ ਜੀ? ਸੇਲ ਮਾਈਨਸ ਗਰੋਸ ਪ੍ਰੋਫਿਟ। ਦੇਖੋ ਸਾਡੇ ਕੋਲ ਸੇਲ ਹੈਗੀ ਆ, ਸੇਲ ਕਿਹਾ ਜੀ ਹੈਗੀ ਆ, ਔਰ ਗਰੋਸ ਪ੍ਰੋਫਿਟ ਸਾਨੂੰ ਦਿੱਤਾ ਹੈ 25% ਔਨ ਸੇਲ। ਇਸ ਕਰਕੇ ਪਹਿਲਾਂ ਆਪਾਂ ਕੀ ਕਰਦੇ ਨੇ? ਇਹਦਾ ਗਰੋਸ ਪ੍ਰੋਫਿਟ ਕੱਢ ਲੈਂਦੇ ਆ। ਸੇਲ ਕਿੰਨੀ ਆ ਜੀ? ਸੇਲ ਹੈਗੀ ਆ 6,40,000 ਤੇ ਗਰੋਸ ਪ੍ਰੋਫਿਟ ਕੱਢ ਦਿਓ ਜੀ। ਗਰੋਸ ਪ੍ਰੋਫਿਟ ਕਿੱਦਾਂ ਆਣਾ ਜੀ? ਸੇਲ ਦਾ 25/100 ਯਾਨੀ ਕਿ ਜੀ 6,40,000 ਦਾ 25/100 ਕਿੰਨਾ ਆ ਗਿਆ ਜੀ? ਇਹ 4। ਇਹਨੂੰ ਕਰ ਦਿਓ ਜੀ, ਕਿੰਨਾ ਆਣਾ ਜੀ? 4 × 4 16 ਚੌਕੇ 64, ਠੀਕ ਹੈ। 6 ਚੌਕਾ 24, 1,60,000 ਆ ਗਿਆ, ਠੀਕ ਹੈ ਜੀ। ਹੁਣ ਕੱਢ ਦੋ ਫਿਰ। ਕਿਆ ਜੀ? ਕੋਸਟ ਆਫ ਗੁੱਡ ਸੋਲਡ ਕਿੱਦਾਂ ਜੀ? ਸੇਲ ਮਾਈਨਸ ਗਰੋਸ ਪ੍ਰੋਫਿਟ। ਸੇਲ ਕਿੰਨੀ ਸੀਗੀ ਸਾਡੇ ਕੋਲ? 6,40,000 ਮਾਈਨਸ 1,60,000 ਕਿੰਨਾ ਆਣਾ ਜੀ? 0 0, ਠੀਕ ਨਾ। 0 0 ਕਿੰਨਾ ਜੀ? 14 6 ਕੱਢੇ 8 ਤੇ 5 ਚ ਕੱਢਿਆ 4, ਕਿੰਨਾ ਜੀ? 4,80,000, ਠੀਕ ਹੈ ਜੀ। ਇਹ ਆ ਗਿਆ ਸਾਡੇ ਕੋਲ ਕਿਆ ਜੀ? ਕੋਸਟ ਆਫ ਗੁੱਡ ਸੋਲਡ, ਠੀਕ ਹੈ ਨਾ। ਹੁਣ ਸਾਨੂੰ ਚਾਹੀਦਾ ਹੈ ਜੀ ਕਲੋजिंग ਸਟਾਕ। ਭਰ ਦਿਓ ਜੀ ਇੱਥੇ ਵੈਲਿਊ ਕੋਸਟ ਆਫ ਗੁੱਡ ਸੋਲਡ ਵਾਲੀ। ਕੋਸਟ ਆਫ ਗੁੱਡ ਸੋਲਡ ਕਿੰਨਾ ਹੈ ਸਾਡੇ ਕੋਲ? 4,80,000। ਓਪਨਿੰਗ ਸਟਾਕ ਕਿੰਨਾ ਹੈ? ਸਾਨੂੰ ਦਿੱਤਾ ਹੈ ਨਹੀਂ, ਕਿੰਨਾ ਜੀ? 58,000 ਪਲੱਸ ਪਰਚੇਜ ਵੀ ਦਿੱਤਾ ਆ, ਕਿੰਨਾ ਜੀ? 4,84,000 ਲੈਸ ਕਲੋजिंग ਸਟਾਕ ਸਾਨੂੰ ਪਤਾ ਨਹੀਂ ਹੈਗਾ। 4,80,000 ਇਹਨੂੰ ਕਰ ਦਿਓ ਜੀ, ਕਿੰਨਾ ਆਣਾ ਜੀ? 58,000 ਜੋੜ ਦਿਓ, ਇਹ ਸਾਡੇ ਕੋਲ ਬਣ ਜਾਣਾ ਹੈਗਾ 0 0 0 84,000 ਸੀਗਾ। ਇਹ ਆ ਜਾਣਾ ਹੈਗਾ 2 13 ਤੇ 14 ਤੇ 5 ਮਾਈਨਸ ਕਲੋजिंग ਸਟਾਕ, ਠੀਕ ਆ। ਤੇ ਕਲੋजिंग ਸਟਾਕ ਕਿਆ ਜੀ? ਇੱਧਰ ਲੈ ਜਾਓ 5,42,000 ਮਾਈਨਸ 4,80,000 ਮਾਈਨਸ ਕਿੰਨਾ ਜੀ? 4,80,000 ਕਰ ਦਿਓ ਜੀ। ਕਲੋजिंग ਸਟਾਕ ਸਾਡੇ ਇਹਦੇ ਵੀ ਕਿੰਨਾ ਆ ਜਾਣਾ ਹੈਗਾ ਜੀ? ਇਹ ਆ ਜਾਣਾ ਹੈਗਾ ਸਾਡੇ ਕੋਲ ਕਲੋजिंग ਸਟਾਕ 4,80,000 ਘਟਾ ਕੇ ਇਹਦੇ ਵਿੱਚੋਂ 62,000 ਜੀ, ਠੀਕ ਹੈ ਜੀ। ਇਹ ਸਾਡੇ ਕੋਲ ਹੁਣ ਕਲੋजिंग ਸਟਾਕ ਵੀ ਆ ਗਿਆ, ਠੀਕ ਹੈ ਨਾ। ਹੁਣ ਅਸੀਂ ਅੱਗੇ ਕੀ ਕਰਨਾ ਹੈਗਾ ਜੀ? ਅੱਗੇ ਅਸੀਂ ਕੱਢਣਾ ਹੈਗਾ ਇਹਨਾਂ ਦਾ ਸਟਾਕ ਟਰਨਓਵਰ ਰੇਸ਼ੋ, ਠੀਕ ਹੈ ਜੀ। ਸਟਾਕ ਟਰਨਓਵਰ ਰੇਸ਼ੋ ਨੂੰ ਕੀ ਚਾਹੀਦਾ ਸਾਨੂੰ ਜੀ? ਉਹੀ ਜੀ ਕੋਸਟ ਆਫ ਗੁੱਡ ਸੋਲਡ ਜਾਂ ਕੋਸਟ ਆਫ ਰੈਵਨਿਊ ਫਰਮ ਆਪਰੇਸ਼ਨ ਬਟਾ ਕਿਆ ਜੀ? ਐਵਰੇਜ ਸਟਾਕ ਜਾਂ ਫਿਰ ਐਵਰੇਜ ਰੈਵਨਿਊ। ਇਹ ਸਾਡੇ ਕੋਲ ਹੁਣ ਸਾਨੂੰ ਐਵਰੇਜ ਸਟਾਕ ਵੀ ਚਾਹੀਦਾ ਹੈ ਜੀ। ਐਵਰੇਜ ਸਟਾਕ ਉਹੀ ਜੀ ਓਪਨਿੰਗ ਸਟਾਕ ਪਲੱਸ ਕਲੋजिंग ਸਟਾਕ ਬਟਾ 2। ਓਪਨਿੰਗ ਸਟਾਕ ਦਾ ਹੈਗਾ ਸਾਡੇ ਕੋਲ ਕਿੰਨਾ ਜੀ? 58,000, ਠੀਕ ਹੈ ਜੀ। ਤੇ ਪਲੱਸ ਕਲੋजिंग ਸਟਾਕ ਕਿੰਨਾ ਹੈ ਜੀ ਸਾਡੇ ਕੋਲ? 62,000 ਬਟਾ 2, ਠੀਕ ਹੈ ਨਾ। ਇਹ ਸਾਡੇ ਕੋਲ ਕਿੰਨਾ ਬਣ ਗਿਆ ਜੀ? ਇਹ ਬਣ ਗਿਆ ਸਾਡੇ ਕੋਲ 1,20,000 ਬਟਾ 2 ਬਰਾਬਰ ਕਿੰਨਾ ਹੈ ਜੀ? 60,000। ਕਿੰਨਾ ਆ ਗਿਆ ਜੀ? 60,000। ਫਿਰ ਕੱਢ ਦਿਓ ਜੀ ਅੱਗੇ। ਸਟਾਕ ਟਰਨਓਵਰ ਰੇਸ਼ੋ ਕਿੰਨਾ ਹੈ ਜੀ? 4,80,000 ਹੈਗੀ ਕੋਸਟ ਆਫ ਗੁੱਡ ਸੋਲਡ ਤੇ 60,000 ਆਹ ਹੈ ਜੀ। ਕੱਟ ਕੇ ਸਾਡੇ ਕੋਲ ਆ ਜਾਣਾ 8 ਟਾਈਮ ਆ ਜਾਣਾ, ਜਾਂ 8 ਅਨੁਪਾਤ ਇੱਕੋ ਗੱਲ ਹੈ ਜੀ। 8 ਟਾਈਮ ਜਾਂ ਇਹਨੂੰ 8 ਅਨੁਪਾਤ 1 ਵੀ ਲਿਖ ਸਕਦੇ ਆ ਸਾਡੇ, ਠੀਕ ਨਾ। ਇਹ ਸੀਗਾ ਬੇਟਾ ਸਾਡੇ ਕੋਲ ਸਟਾਕ ਟਰਨਓਵਰ ਰੇਸ਼ੋ। ਜੇ ਸਾਨੂੰ ਕੋਈ ਮੰਨ ਲਓ ਵਿੱਚ ਸਟਾਕ ਨਹੀਂ ਦਿੱਤਾ ਹੈਗਾ ਆ, ਠੀਕ ਨਾ। ਇਸੇ ਤਰ੍ਹਾਂ ਇਹਦੇ ਨਾਲ ਦਾ ਹੁਣ ਅੱਗੇ ਦੇਖ ਲਓ ਜੀ ਕੋਈ ਕੁਐਸਚਨ ਇਹਦੇ ਨਾਲ ਦਾ ਜਿਹੜਾ ਟਿਪੀਕਲ ਜਿਹਾ ਆ। ਜਿੱਦਾਂ ਹੁਣ ਬੇਟਾ ਸਾਡੇ ਕੋਲ ਆ ਸਿੱਧਾ, ਆ ਤਾਂ ਸਿੰਪਲ ਹੀ ਆ, ਠੀਕ ਨਾ।
ਹੁਣ ਅਸੀਂ ਕੀ ਕਰਨਾ ਹੈਗਾ, ਜਿੱਦਾਂ ਇਹਨਾਂ ਵਿੱਚ ਕੋਈ ਮਿਸਿੰਗ ਵਾਲਾ ਹੋਵੇ ਅਸੀਂ ਉਹ ਫਾਈਂਡ ਕਰਨਾ ਹੋਵੇ, ਠੀਕ ਹੈ ਨਾ। ਜਿੱਦਾਂ ਮਤਲਬ ਇੱਕ ਆਹੀ ਹੈ ਸਾਡੇ ਕੋਲ, ਕਹਿੰਦਾ ਦੀ ਟ੍ਰੇਡ ਕਰੀਅਰ ਦੀ ਐਵਰੇਜ ਸਟਾਕ, ਜਿੱਦਾਂ ਸਾਨੂੰ ਕੀ ਕਹਿੰਦਾ ਟ੍ਰੇਡ ਕਰੀਅਰ ਦੀ ਐਵਰੇਜ ਸਟਾਕ ਕਿੰਨਾ 50,000 ਆ, ਹਿਸ ਸਟਾਕ ਟਰਨਓਵਰ ਰੇਸ਼ੋ 8 ਟਾਈਮ ਆ, ਇਫ ਦੀ ਸੇਲ ਗੁੱਡਸ ਐਟ ਪ੍ਰੋਫਿਟ 20% ਔਨ ਸੇਲ ਆ, ਫਾਈਂਡ ਹਿਸ ਪ੍ਰੋਫਿਟ ਪਤਾ ਕਰਨਾ। ਤਾਂ ਬੇਟਾ ਕੁਛ ਵੀ ਨਹੀਂ, ਪਹਿਲਾਂ ਸਾਨੂੰ ਕੀ ਦਿੱਤਾ ਜੀ ਨਹੀਂ, ਪਹਿਲਾਂ ਤਾਂ ਸਟਾਕ ਟਰਨਓਵਰ ਰੇਸ਼ੋ ਦਿੱਤਾ ਆ 8, ਫਿਰ ਜੀ ਐਵਰੇਜ ਸਟਾਕ ਦਿੱਤਾ ਹੈ ਕਿੰਨਾ ਜੀ 50,000, ਫਿਰ ਗ੍ਰੋਸ ਪ੍ਰੋਫਿਟ ਰੇਸ਼ੋ ਦਿੱਤਾ ਆ ਕਿੰਨਾ ਜੀ 20%, ਕਿੰਨਾ ਦਿੱਤਾ ਹੈ ਜੀ 20%, ਠੀਕ ਹੈ ਜੀ। ਹੁਣ ਤੁਸੀਂ ਸਟਾਕ ਟਰਨਓਵਰ ਰੇਸ਼ੋ ਦਾ ਫਾਰਮੂਲਾ ਲਾਓ, ਕਿਆ ਜੀ ਕੋਸਟ ਆਫ ਗੁੱਡਸ ਸੋਲਡ ਵਟਾ ਐਵਰੇਜ ਸਟਾਕ, ਸਟਾਕ ਟਰਨਓਵਰ ਰੇਸ਼ੋ ਕਿੰਨਾ ਹੈ ਜੀ 8, ਕੋਸਟ ਆਫ ਗੁੱਡਸ ਸੋਲਡ ਸਾਨੂੰ ਪਤਾ ਨਹੀਂ, ਐਵਰੇਜ ਸਟਾਕ ਕਿੰਨਾ ਹੈ ਸਾਡੇ ਕੋਲ 50,000 ਹੈ ਜੀ, ਇਧਰ ਮਲਟੀਪਲਾਈ ਕਰ ਦਿਓ, ਕੋਸਟ ਆਫ ਗੁੱਡਸ ਸੋਲਡ ਕਿੰਨਾ ਜੀ 8 ਗੁਣਾ 50,000, 8 ਪੰਜਾ 40, ਕਿੰਨਾ ਹੈ ਜੀ 4 ਲੱਖ ਆ ਗਿਆ ਸਾਡੇ ਕੋਲ, ਕਿੰਨਾ ਆ ਗਿਆ ਜੀ 4 ਲੱਖ, ਠੀਕ ਆ। ਹੁਣ ਬੇਟਾ ਗ੍ਰੋਸ ਪ੍ਰੋਫਿਟ ਹੈਗਾ ਸਾਡਾ 20% ਔਨ ਸੇਲ ਹੈ ਨਾ, 20% ਔਨ ਸੇਲ ਆ, ਕਿਆ ਜੀ ਔਨ ਸੇਲ ਹੈਗੀ ਸਾਡੇ ਕੋਲ ਕੋਸਟ ਵਾ, ਤਾਂ ਜਿਹੜਾ ਸਾਡੇ ਕੋਲ ਗ੍ਰੋਸ ਪ੍ਰੋਫਿਟ ਆਣਾ ਉਹ ਕਿੱਦਾਂ ਆਣਾ ਬੇਟਾ, ਔਨ ਸੇਲ ਹੈ ਨਾ ਸਾਡੇ ਕੋਲ, ਤੇ ਅਸੀਂ ਜਿਹੜੀ ਚੀਜ਼ ਹੋਣੀ ਉਹ ਮੰਨ ਲੈਣੀ। ਪਹਿਲਾਂ ਕਿੰਨਾ ਮੰਨ ਲੈਣੀ ਹੈ ਜੀ, ਦੇਖ ਲਓ ਜੀ ਸੇਲ ਮੰਨ ਲਈ ਅਸੀਂ 100, ਜਿਹੜੀ ਚੀਜ਼ ਤੇ ਹੋਵੇ ਨਾ ਹੁਣ ਸੇਲ ਹੈ ਤਾਂ ਸੇਲ ਮੰਨਣੀ, ਕੋਸਟ ਆ ਤਾਂ ਕੋਸਟ ਮੰਨਣੀ, ਔਨ ਸੇਲ 100 ਤੇ ਗ੍ਰੋਸ ਪ੍ਰੋਫਿਟ ਕਿੰਨਾ ਹੈ ਜੀ 20, ਤੇ ਕੋਸਟ ਕਿੰਨੀ ਹੋਣੀ ਬੇਟਾ, ਸੇਲ ਦੇ ਵਿੱਚੋਂ 20 ਘਟਾ ਕੇ 80, ਇਹਦਾ ਮਤਲਬ ਅਸੀਂ 80 ਤੇ ਜੇ 80 ਕੋਸਟ ਆ ਤਾਂ ਪ੍ਰੋਫਿਟ ਇੰਨਾ ਹੈ, ਜੇ ਕੋਸਟ ਇੰਨੀ ਹੋਊਗੀ ਤਾਂ ਫਿਰ ਕਿੰਨਾ ਹੋਊਗਾ, ਗ੍ਰੋਸ ਪ੍ਰੋਫਿਟ ਬਰਾਬਰ 4 ਲੱਖ ਗੁਣਾ 20/80, ਔਰ ਇਹਨੂੰ 16 ਕਰ ਲਿਓ, 4 ਕੱਟ ਕੇ ਕਿੰਨਾ ਆ ਗਿਆ ਜੀ 1 ਲੱਖ। ਉਹ ਇਸੇ ਤਰ੍ਹਾਂ ਬੇਟਾ ਇਸ ਕੁਐਸਚਨ ਵਿੱਚ ਸਾਨੂੰ ਸਟਾਕ ਮਿਸਿੰਗ ਦਿੱਤਾ ਹੈ, ਠੀਕ ਨਾ। ਜਿੱਦਾਂ ਕੀ ਕਹਿੰਦਾ ਸਟਾਕ ਟਰਨਓਵਰ ਰੇਸ਼ੋ ਹੈਗਾ 5 ਟਾਈਮ, ਜਿਹੜਾ ਸਾਡੇ ਕੋਲ ਸਟਾਕ ਟਰਨਓਵਰ ਰੇਸ਼ੋ ਆ, ਠੀਕ ਆ, ਉਹ ਕਿੰਨਾ ਹੈ ਜੀ ਹੈਗਾ 5 ਟਾਈਮ, ਮਤਲਬ 5/1। ਟੋਟਲ ਸੇਲ ਸਾਡੇ ਕੋਲ ਇੰਨੀ ਆ, ਰੇਟ ਆਫ ਗ੍ਰੋਸ ਪ੍ਰੋਫਿਟ ਔਨ ਸੇਲ ਕਿੰਨਾ ਜੀ 25% ਆ, ਕਲੋजिंग ਸਟਾਕ ਇਜ਼ ਮੋਰ ਦੈਨ 4,000 ਦੈਨ ਦੀ ਓਪਨਿੰਗ ਸਟਾਕ, ਮਤਲਬ ਕਿ ਜੀ ਸਾਡੇ ਕੋਲ ਜਿਹੜੀ ਸੇਲ ਵਾ ਉਹ ਹੈਗੀ ਆ 2 ਲੱਖ, ਤੇ ਜਿਹੜਾ ਗ੍ਰੋਸ ਪ੍ਰੋਫਿਟ ਰੇਸ਼ੋ ਆ ਉਹ ਹੈਗਾ ਆ 25%, ਠੀਕ ਹੈ ਜੀ। ਤੇ ਅੱਗੇ ਕੀ ਕਹਿੰਦਾ ਜੀ, ਕਹਿੰਦਾ ਜਿਹੜਾ ਕਲੋजिंग ਸਟਾਕ ਆ ਓਪਨਿੰਗ ਸਟਾਕ ਤੋਂ 4,000 ਜ਼ਿਆਦਾ ਆ, ਆਹੀ ਹੈ ਨਾ, ਕਲੋजिंग ਸਟਾਕ ਇਜ਼ ਮੋਰ ਬਾਈ ਕਿਆ ਜੀ 4,000 ਦੈਨ ਦੀ ਓਪਨਿੰਗ ਸਟਾਕ। ਤਾਂ ਬੇਟਾ ਅਸੀਂ ਮੰਨ ਲੈਣਾ ਲੈਟ ਓਪਨਿੰਗ ਸਟਾਕ ਕਿੰਨਾ ਜੀ x, ਤੇ ਜਿਹੜਾ ਕਲੋजिंग ਸਟਾਕ ਆ ਓਪਨਿੰਗ ਸਟਾਕ ਤੋਂ 4,000 ਜ਼ਿਆਦਾ ਹੈ ਨਾ, ਤੇ x ਪਲੱਸ 4,000, ਠੀਕ ਹੈ ਜੀ। ਹੁਣ ਅਸੀਂ ਕੀ ਕਰਨਾ ਜੀ, ਸਾਨੂੰ ਸਟਾਕ ਟਰਨ ਓਵਰ ਰੇਸ਼ੋ ਆ, ਪਹਿਲਾਂ ਤਾਂ ਆਪਾਂ ਇਹਦਾ ਫਾਰਮੂਲਾ ਲਾਵਾਂਗੇ, ਸਟਾਕ ਟਰਨ ਓਵਰ ਰੇਸ਼ੋ ਕਿਆ ਹੈ ਜੀ ਕੋਸਟ ਆਫ ਗੁੱਡਸ ਸੋਲਡ ਬਟਾ ਐਵਰੇਜ ਸਟਾਕ, ਠੀਕ ਹੈ ਜੀ। ਹੁਣ ਜੀ ਕੋਸਟ ਆਫ ਗੁੱਡ ਸੋਲਡ ਕੱਢ ਲਓ, ਉਹ ਸਾਡੇ ਕੋਲ ਸੇਲ ਆ ਤੇ ਗ੍ਰੋਸ ਪ੍ਰੋਫਿਟ ਰੇਸ਼ੋ ਆ, ਸੇਲ ਮਾਈਨਸ ਗ੍ਰੋਸ ਪ੍ਰੋਫਿਟ, ਸੇਲ ਕਿੰਨੀ ਆ ਜੀ ਪਹਿਲਾਂ ਗ੍ਰੋਸ ਪ੍ਰੋਫਿਟ ਕੱਢ ਲਓ, ਜਿਹੜਾ ਸੇਲ ਆ 2 ਲੱਖ ਦਾ, ਪ੍ਰੋਫਿਟ ਵੀ ਔਨ ਸੇਲ ਆ, ਤਾਂ ਸਿੱਧਾ ਜੀ 25/100 ਕਿੰਨਾ ਆ ਗਿਆ ਜੀ 50,000, ਠੀਕ ਆ। ਹੁਣ ਕੱਢ ਦਿਓ ਜੀ ਕੋਸਟ ਆਫ ਗੁੱਡ ਸੋਲਡ ਕਿੰਨਾ ਹੈ ਜੀ, ਸੇਲ ਦੇ ਵਿੱਚੋਂ 2 ਲੱਖ ਜਿਹੜਾ ਫਾਰਮੂਲਾ ਲੈਸ ਗ੍ਰੋਸ ਪ੍ਰੋਫਿਟ ਕਿੰਨਾ ਹੈ ਜੀ 50,000, ਕਿੰਨਾ ਆ ਗਿਆ ਜੀ 1,50,000 ਆ ਗਿਆ, ਕਿੰਨਾ ਆ ਗਿਆ 1,50,000। ਹੁਣ ਜੀ ਸਟਾਕ ਟਰਨਓਵਰ ਰੇਸ਼ੋ ਵਾਲੇ ਫਾਰਮੂਲੇ ਭਰ ਦਿਓ, ਇਹਦਾ ਕਿਆ ਜੀ ਕੋਸਟ ਆਫ ਗੁੱਡ ਸੋਲਡ ਕਿੰਨਾ ਹੈ ਜੀ, ਇਹ ਜਗ੍ਹਾ ਫਾਰਮੂਲੇ 1,50,000, ਐਵਰੇਜ ਸਟਾਕ ਸਾਨੂੰ ਪਤਾ ਨਹੀਂ ਹੈਗਾ, ਸਟਾਕ ਟਰਨਓਵਰ ਰੇਸ਼ੋ ਕਿੰਨੀ ਹੈ ਜੀ 5, ਠੀਕ ਹੈ ਜੀ, 1,50,000 ਬਟਾ ਐਵਰੇਜ ਸਟਾਕ, ਔਰ ਐਵਰੇਜ ਸਟਾਕ ਕਿੰਨਾ ਆਣਾ ਜੀ 1,50,000 ਬਟਾ 5, ਠੀਕ ਹੈ ਜੀ। ਇਹਨੂੰ ਅਸੀਂ ਕੱਟ ਕੇ ਦੇਣਾ, ਕਿੰਨਾ ਆ ਗਿਆ ਜੀ ਇਹ 30,000 ਆ ਗਿਆ, ਕਿੰਨਾ ਆ ਗਿਆ ਜੀ 30,000। ਹੁਣ ਅਸੀਂ ਐਵਰੇਜ ਸਟਾਕ ਦਾ ਫਾਰਮੂਲਾ ਲਾਣਾ ਆ,
ਉਹਦਾ ਫਾਰਮੂਲਾ ਕਿਆ ਹੈ ਜੀ, ਓਪਨਿੰਗ ਸਟਾਕ ਪਲੱਸ ਕਲੋजिंग ਸਟਾਕ ਬਟਾ ਕਿੰਨਾ ਜੀ 2। ਓਪਨਿੰਗ ਸਟਾਕ ਅਸੀਂ ਮੰਨ ਲਿਆ ਸੀਗਾ ਕਿੰਨਾ ਜੀ x, ਐਵਰੇਜ ਸਟਾਕ ਅਸੀਂ ਕੱਢ ਲਿਆ ਆ 30,000, x ਆ ਕਲੋजिंग ਕਿੰਨਾ ਜੀ x ਪਲੱਸ 4,000 ਬਟਾ ਕਿੰਨਾ ਜੀ 2। 2 ਨੂੰ ਇੱਧਰ ਮਲਟੀਪਲਾਈ ਕਰ ਦਿਓ ਕਿੰਨਾ ਜੀ 30,000 ਗੁਣਾ 2, ਇੱਧਰ ਕਿੰਨਾ ਆ ਗਿਆ ਜੀ ਇਹ 2x ਪਲੱਸ 4, x ਜੁੜ ਗਏ ਨਾ। ਇਹ ਆ ਗਿਆ ਜੀ ਸਾਡੇ ਕੋਲ 60,000 ਤੇ ਇਹ ਕਿੰਨਾ ਆ ਗਿਆ ਜੀ 2x ਪਲੱਸ 4,000। ਹੁਣ ਜੀ 2x ਬਰਾਬਰ n ਇਹਦੇ ਜਾ ਕੇ ਮਾਈਨਸ ਹੋ ਜਾਣਾ ਕਿੰਨਾ ਜੀ 60,000 ਮਾਈਨਸ 4,000 ਕਿੰਨਾ ਆ ਗਿਆ ਜੀ ਇਹ 56,000 ਤੇ x ਬਰਾਬਰ ਕਿੰਨਾ ਆਣਾ ਜੀ ਜਿਹੜਾ 56,000 ਆ ਇਹਨੂੰ 2 ਨਾਲ ਡਿਵਾਈਡ ਕਰ ਦਿਓ ਕਿੰਨਾ ਹੈ ਜੀ 28,000। ਕਿੰਨਾ ਹੈ ਜੀ 28,000। x ਮਤਲਬ ਕੀ ਆ ਗਿਆ ਸਾਡੇ ਕੋਲ ਜੀ ਓਪਨਿੰਗ ਸਟਾਕ ਤੇ ਕਲੋजिंग ਸਟਾਕ ਕਿੰਨਾ ਹੈ ਜੀ x ਪਲੱਸ 4,000 ਮਤਲਬ ਕਿੰਨਾ ਹੈ ਜੀ 28,000 ਪਲੱਸ 4,000 ਕਿੰਨਾ ਹੈ ਜੀ 32,000। ਠੀਕ ਨਾ। ਇਸ ਤਰ੍ਹਾਂ ਬੇਟਾ ਜੇ ਸਟਾਕ ਕੋਈ ਮਿਸਿੰਗ ਹੋਵੇ ਤੁਸੀਂ ਉਹ ਫਾਈਂਡ ਇਹਦੇ ਵਿੱਚੋਂ ਕਰ ਸਕਦੇ ਹੋ। ਠੀਕ ਨਾ। ਬਾਕੀ ਬੇਟਾ ਹੁਣ ਤੁਸੀਂ ਆ ਸਟਾਕ ਟਰਨਓਵਰ ਰੇਸ਼ੋ ਤੇ ਸਵਾਲ ਕਰ ਲੈਣੇ ਤੇ ਅੱਗੇ ਤੁਹਾਡਾ ਡੈਬਿਟ ਟਰਨਓਵਰ ਰੇਸ਼ੋ ਤੇ ਕ੍ਰੈਡਿਟ ਟਰਨਓਵਰ ਰੇਸ਼ੋ ਰਹਿ ਗਿਆ। ਬਾਕੀ ਇਸ ਚੈਪਟਰ ਦੇ ਵਿੱਚ ਬੇਟਾ ਹੋਰ ਕੁਝ ਨਹੀਂ ਹੈਗੇ, ਸਵਾਲ ਕਰਕੇ ਦੇਖ ਲੈਣਾ, ਜੇ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਪੁੱਛ ਸਕਦੇ ਹੋ। ਠੀਕ ਆ। ਓਕੇ, ਥੈਂਕਸ ਬੇਟਾ।